वाहेगुरु जी का खालसा वाहेगुरु जी की फतेह। सतगुरां दी पावन गोद दा निग बन रही गुरु रूप साध संगत जीओ, सतगुरां दी कृपा द्वारा अज का दिन भी सफला बनाने का सुभाग प्राप्त होया है। चल रहे गुर इतिहास के पावन प्रसंगों के विचों आप जी ने सरवण किया सी जगत गुरु गुरु नानक साहब सच्चे पातशाह बाल लीला दे जोर वरताउंदे हन। पैरां दे भार चलण दी कोशिश करते ने, सारा सारा दिन मिट्टी विच खेडते हैं। मां दही चौल खवाउंदी है, थोड़े वड्डे होए ने बच्चियां दे नाल खेडण विहड़े तो बाहर जांदे। कदे भी ऐसा ना होया बिना बुलाए घर आए होण। हर बार माता तृप्ता जी अपने पुत्र नूं फड़ के लेके आउंदे। कई बार पिता गोद विच उठाउंदे ने पर पिता जी कोल बहना पसंद नहीं करते। राय भोए दी तलवंडी दे लोग बस नानक नूं ही वेखण दे वास्ते पब्बां पार रहिंदे ने। इन्हां सारे प्रसंगां नूं बड़े विस्तार सहित आप जी ने सरवण कीता। आओ कुछ समा मन चित बिरतियां नूं एकाग्र चित बनाइए। बख्शो आसीस गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। चौपाई चख चकोर लोकन के बृंदा। चंद्र बदन दृश्य आनंद कंदा। बेदी कुल दे मालक गुरु नानक साहब सच्चे पातशाह जो राय भोए दी तलवंडी वेखे बाल लीला दे जोर करते ने। भाई बाला जी गुरु अंगद दे पातशाह जी नूं ये पावन कथा बड़े भावपूर्वक तरीके नाल सुना रहे हैं। सतगुरां नूं वेखण वाले दा दिल मोया जांदा है। जिवें चंद्रमा नूं सारी रात चकोर उड उड वेखदी रहिंदी है एक टक। गुरु नानक साहब नूं खेडदियां वेखण वास्ते पिंड दीआं औरतां बच्चियां बच्चे ते बजुर्ग चकोरा वांग ही तकदे रहे। इन्ना सोहना दिया मुखड़ा वेख वेख किसे दा मन रजदा नहीं। सुंदर रूप हीर रव न्याई। जन अरविंद बदन बिगसाई। जे कोई परेशान भी है कोई दुखी मुरझाया भी हुंदा ना नानक नूं खेडदियां वेख इदां खिड़ जांदा जिवें सूरज नूं वेख के कवल दा फुੱਲ खिड़ जांदा है।
ਮਾਨੋ ਸਤਿਗੁਰ ਜੀ ਬਚਪਨ ਦੇ ਵਿੱਚ ਹੀ ਦੁਨੀਆ ਦੇ ਦੁੱਖਾਂ ਨੂੰ ਹਰਨ ਕਰ ਲੈਂਦੇ ਨੇ, ਖੋਹ ਲੈਂਦੇ। ਜਿੱਥੇ ਦੁਨੀਆ ਸਤਿਗੁਰਾਂ ਦੀ ਮਹਿਮਾ ਕਰਦੀ, ਉੱਥੇ ਪਿਤਾ ਜੀ ਇਸ ਗੱਲ ਬਾਰੇ ਬਹੁਤਾ ਜਾਣਕਾਰੀ ਨਹੀਂ ਰੱਖਦੇ, ਕਿਉਂਕਿ ਸਤਿਗੁਰਾਂ ਨੇ ਆਪਣੀ ਮਾਇਆ ਨੂੰ ਪ੍ਰੇਰਿਆ ਹੋਇਆ। ਪਿਤਾ ਜੀ ਤੇ ਉਹਦਾ ਪ੍ਰਭਾਵ ਆਪ ਪਾਇਆ ਹੋਇਆ ਹੈ। ਇਸ ਕਰਕੇ ਪਿਤਾ ਲਈ ਆਮ ਬੱਚਿਆਂ ਵਰਗਾ ਬੱਚਾ ਹੈ। ਪਰ ਭਾਗਾਂ ਵਾਲੀਆਂ ਰੂਹਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਪਛਾਣਿਆ, ਹਰ ਰੋਜ਼ ਉਹ ਦੀਦਾਰ ਕਰਦੇ ਨੇ। ਕੰਟਕ ਜਿਉ ਸੁਣ ਕੇ ਬਰਬਾਨੀ, ਰਹੇ ਠੰਡਾ ਢਿੱਗ ਮਿਰਗਹਿ ਸਮਾਨੀ। ਸਤਿਗੁਰਾਂ ਨੂੰ ਵੇਖਣ ਵਾਲੇ, ਉਹਨਾਂ ਨੂੰ ਬੁਲਾਉਣ ਵਾਲਿਆਂ ਦੇ ਜੀਵਨ ਦੀ ਇੱਕ ਕਮਜ਼ੋਰੀ ਮੰਨ ਲਓ। ਜਿਵੇਂ ਹਿਰਨ ਕਿੰਨਾ ਵੀ ਸ਼ਾਰਪ ਹੋਵੇ, ਚਲਾਕ ਹੋਵੇ, ਪਰ ਜਦ ਘੰਡੇ ਹੇੜੇ ਦੀ ਆਵਾਜ਼ ਉਹਨੂੰ ਮੰਤਰ ਮੁਗਧ ਕਰਦੀ ਹੈ ਨਾ, ਉਹ ਆਪਾ ਵਿਸਾਰ ਕੇ, ਮੌਤ ਭੁਲਾ ਕੇ, ਚਲਾਕੀ ਨੂੰ ਖੋ ਕਰਕੇ ਉਹਦੇ ਕਰੀਬ ਆ ਕੇ ਆਪਣਾ ਆਪ ਸਪੁਰਦ ਕਰ ਦਿੰਦਾ। ਜਿਵੇਂ ਭੌਰਾ ਕੰਡੇ ਦਾ ਦਰਦ ਭੁਲਾ ਕਰਕੇ ਫੁੱਲ ਦੀ ਸੁਗੰਧੀ ਉਹਦਾ ਰਸ ਮਾਣਨ ਵਾਸਤੇ ਆਉਂਦਾ ਨਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪ੍ਰੇਮ ਕਰਨ ਵਾਲੇ, ਉਹਨਾਂ ਨੂੰ ਚਾਹਣ ਵਾਲੇ ਕਈ ਵਾਰ ਪਿੰਡੋਂ ਲੰਘਦੇ ਵੜਦੇ ਰੁਕ ਜਾਂਦੇ ਨੇ। ਫੇਰੀਆਂ ਵਾਲੇ, ਸਬਜ਼ੀਆਂ ਵਾਲੇ ਕੰਮ ਛੱਡ ਜਾਂਦੇ। ਬਸ ਗੁਰੂ ਸਾਹਿਬ ਦੇ ਆਉਣ ਦੀ ਆਵਾਜ਼, ਖੇਡਣ ਦੀ ਆਵਾਜ਼, ਸ਼ੋਰ ਮਚਾਉਣ ਦੀ ਆਵਾਜ਼ ਉਹਨਾਂ ਨੂੰ ਕਾਇਲ ਕਰਦੀ ਹੈ। ਇਹ ਬਿਦ ਬਾਲਕ ਲੀਲਾ ਕਰਹੀ, ਧਿਆਨ ਜੇ ਧਰੈ ਭਵੋ ਦਿਦ ਧਰਹੀ। ਭਾਈ ਬਾਲਾ ਜੀ ਕਹਿੰਦੇ ਸਤਿਗੁਰ ਰੋਜ਼ ਖੇਡਾਂ ਵਰਤਾਉਂਦੇ ਆ। ਗੁਰੂ ਸਾਹਿਬ ਦੀਆਂ ਵਰਤਾਈਆਂ ਹੋਈਆਂ ਖੇਡਾਂ ਦਾ ਪ੍ਰਭਾਵ ਪਿਤਾ ਤੇ ਨਹੀਂ। ਜਦ ਵੀ ਕਿਤੇ ਪਿਤਾ ਮਨ ਕਰਦੇ ਆ ਮੇਰਾ ਪੁੱਤ ਅਵਤਾਰੀ ਪੁਰਸ਼ ਹੈ, ਮਰਦ ਫੇਰ ਮਾਇਆ ਪ੍ਰੇਰ ਕੇ ਭੁਲਾ ਦਿੰਦੇ ਆ। ਮਾਇਆ ਕੀ ਹੈ? ਮਾਇਆ ਉਹਨੂੰ ਕਹਿੰਦੇ ਆ ਜੋ ਤੁਹਾਡੀ ਹਰ ਵਸਤੂ ਨੂੰ ਭੁਲਾ ਦੇਵੇ, ਜਿਹਦੇ ਲਈ ਤੁਸੀਂ ਆਪਣਾ ਆਪ ਖੋ ਦੇਵੋ। ਉਹ ਕਿਸੇ ਵੀ ਰੂਪ ਵਿੱਚ ਹੋ ਸਕਦਾ, ਉਹਨੂੰ ਮਾਇਆ ਕਹਿੰਦੇ ਆ। ਪਿਤਾ ਜੀ ਤੇ ਮਾਇਆ ਦਾ ਪਰਛਾਵਾ ਪੈ ਜਾਂਦਾ, ਭੁੱਲ ਜਾਂਦੇ ਨੇ ਆਪਣੇ ਪੁੱਤ ਦੇ ਗੁਣਾਂ ਨੂੰ। ਹੌਲੀ ਹੌਲੀ ਵੱਡੇ ਹੁੰਦੇ ਗੁਰੂ ਨਾਨਕ ਸਾਹਿਬ ਮਹਾਰਾਜ 5 ਸਾਲ ਦੀ ਆਰਜ਼ਾ ਵਿੱਚ ਆ ਗਏ। ਜਦੋਂ ਦੇ 5 ਸਾਲ ਦੇ ਹੋਏ ਆ, ਪਿਤਾ ਨੂੰ ਫਿਕਰ ਲੱਗਦਾ ਹੈ ਕਿਉਂ ਨਾ ਆਪਣੇ ਪੁੱਤ ਨੂੰ ਕਿਤੇ ਪੜ੍ਹਨੇ ਪਾ ਦੇ। ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ, ਮਿੱਟੀ ਵਿੱਚ ਖੇਡਦਾ, ਇਹ ਸ਼ਰਾਰਤਾਂ ਕਰਦਾ ਏ। 5 ਬਰਖ ਕੀ ਹੋਈ ਬੈਸਾ, ਕਰਨ ਲੱਗੇ ਕਾਰਜ ਪੁਨ ਐਸਾ। ਹੁਣ ਜਿਸ ਦਿਨ ਤੋਂ 5 ਸਾਲ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਹੋਏ ਨੇ, ਕਹਿੰਦੇ ਜੱਗ ਤੋਂ ਅਵੱਲੇ ਜੀ ਕੰਮ ਕਰਦੇ। ਕਈ ਵਾਰ ਪਰਿਵਾਰ ਨੂੰ ਉਹ ਕੰਮ ਚੰਗੇ ਨਹੀਂ ਲੱਗਦੇ ਜੋ ਗੁਰੂ ਸਾਹਿਬ ਕਰ ਦਿੰਦੇ ਆ। ਇਹੋ ਜਿਹੇ ਕੰਮ ਸਤਿਗੁਰ ਕਰਦੇ ਰਹੇ, ਜਿਨ੍ਹਾਂ ਤੋਂ ਕਦੇ ਕਦੇ ਮਾਤਾ ਜੀ ਵੀ ਕਲਪ ਜਾਂਦੇ ਨੇ। ਉਹਨਾਂ ਨੂੰ ਲੱਗਦਾ ਹੈ ਸਾਡਾ ਪੁੱਤ ਇਹ ਕਰ ਨਹੀਂ ਸੀ ਸਕਦਾ, ਕਰਦਾ ਕਿਉਂ? ਚੰਗੇ ਕੰਮ ਨਹੀਂ। ਬੜਾ ਕੁਛ ਹੁੰਦਾ ਦੁਨੀਆ ਦੀ ਨਜ਼ਰ ਵਿੱਚੋਂ ਚੰਗਾ ਨਹੀਂ, ਪਰ ਸਾਨੂੰ ਚੰਗਾ ਲੱਗਦਾ ਹੈ। ਪਰ ਰੱਬ ਦੇ ਪਿਆਰੇ ਜਾਣਦੇ ਅਸੀਂ ਦੁਨੀਆ ਤੋਂ ਕੀ ਲੈਣਾ। ਜੋ ਸਾਨੂੰ ਚੰਗਾ ਲੱਗਦਾ ਹੈ ਅਸੀਂ ਉਹ ਕਰਦੇ। ਜਿਵੇਂ ਸਾਨੂੰ ਜਿਉਣ ਦਾ ਢੰਗ ਵਧੀਆ ਲੱਗਦਾ ਹੈ, ਖਾਣ ਪਹਿਨਣ ਦਾ ਢੰਗ ਵਧੀਆ ਲੱਗਦਾ ਹੈ, ਉੱਠਣ ਬੈਠਣ ਦਾ ਢੰਗ ਵਧੀਆ ਲੱਗਦਾ, ਲੋਕਾਂ ਨੂੰ ਲੱਗੇ ਨਾ ਲੱਗੇ ਕੀ ਫਰਕ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਬਾਕੀ ਬੱਚਿਆਂ ਤੋਂ ਅਲੱਗ ਰਹਿੰਦੇ ਨੇ, ਭਾਵੇਂ ਖੇਡਦੇ ਨਾਲ ਨੇ। ਉਹਨਾਂ ਦਾ ਉੱਠਣਾ ਬੈਠਣਾ, ਬੋਲਣਾ, ਚੱਲਣਾ, ਹੱਸਣਾ ਜ਼ਮਾਨੇ ਤੋਂ ਅਲੱਗ ਸੀ। ਤੇ ਪਿਤਾ ਨੂੰ ਇਹ ਗੱਲਾਂ ਨਹੀਂ ਭਾਉਂਦੀਆਂ ਵੀ ਮੇਰਾ ਪੁੱਤ ਲੋੜ ਤੋਂ ਵੱਧ ਕੇ ਸਿਆਣਾ ਕਿਉਂ ਹੈ। ਬਹੁਤੀਆਂ ਸਿਆਣਪਾਂ ਵੀ ਜ਼ਿੰਦਗੀ 'ਚ ਕੰਮ ਨਹੀਂ ਆਉਂਦੀਆਂ। ਇਸੇ ਕਰਕੇ ਪਿਤਾ ਵਾਚ ਕਰਦੇ ਰਹਿੰਦੇ ਆ, ਦੇਖਦੇ ਰਹਿੰਦੇ ਆ ਵੀ ਮੇਰਾ ਪੁੱਤ ਜਿਉਂ-ਜਿਉਂ ਵੱਡਾ ਹੁੰਦਾ ਹੈ ਤਿਉਂ-ਤਿਉਂ ਚੁੱਪ ਰਹਿਣਾ ਸ਼ੁਰੂ ਕਰਦਾ ਹੈ। ਅੱਗੇ ਤੇ ਹੱਸਦੇ ਬਹੁਤ ਸੀ। 5 ਸਾਲ ਦੀ ਉਮਰ ਤੱਕ ਖੂਬ ਹੱਸੇ, ਖੂਬ ਸ਼ੋਰ ਸ਼ਰਾਬਾ ਕੀਤਾ, ਖੂਬ ਖੇਡਦੇ ਰਹੇ। ਹੁਣ 5 ਸਾਲ ਕੀ ਹੈ? ਬਚਪਨ ਦੀ ਉਮਰ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕਦਮ ਆਪਣਾ ਸੁਭਾਅ ਫੇਰ ਲਿਆ, ਇੱਕਦਮ। ਹੁਣ ਜਦੋਂ ਕੋਈ ਮਨੁੱਖ ਆਪਣਾ ਨੇਚਰ ਚੇਂਜ ਕਰਦਾ ਹੈ, ਕਈ ਵਾਰ ਉਹ ਘਰ ਪਰਿਵਾਰ ਨੂੰ ਵੀ ਫਿੱਟ ਨਹੀਂ ਹੁੰਦਾ। ਬੜੀ ਵਾਰ ਹੁੰਦਾ ਹੈ, ਭਾਵੇਂ
ਸਹੁਰੇ ਘਰ ਆ ਕੇ ਨੂੰ ਆਪਣਾ ਆਪ ਚੇਂਜ ਕਰ ਲਵੇ, ਉਹ ਵੀ ਉਹਨਾਂ ਨੂੰ ਹਜਮ ਨਹੀਂ ਹੁੰਦਾ। ਕਹਿੰਦੇ ਕੱਲ ਤੱਕ ਬੜਾ ਬੋਲਦੀ ਸੀ, ਅੱਜ ਬੜਾ ਚੁੱਪ ਚੁੱਪ ਰਹਿਣ ਲੱਗ ਗਈ, ਗੜਬੜ ਹੈ ਕੋਈ। ਪਰਿਵਾਰ ਦੇ ਵਿੱਚ ਕੋਈ ਬੰਦਾ ਬਹੁਤਾ ਹੱਸਣ ਵਾਲਾ ਚੁੱਪ ਰਹਿਣ ਲੱਗ ਜੇ, ਬਹੁਤਾ ਲੋਕਾਂ 'ਚ ਉੱਠਦਾ ਬਹਿੰਦਾ ਨਹੀਂ, ਫਿਰ ਵੀ ਲੱਗਦਾ ਹੈ ਇਹ ਅਲੱਗ ਹੋ ਗਿਆ, ਇਹ ਬਦਲ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਛੱਡ ਦਿੱਤਾ ਹੱਸਣਾ ਖੇਡਣਾ, ਲੋੜ ਮੁਤਾਬਕ ਹੀ ਕਰਦੇ ਆ, ਜ਼ਿਆਦਾਤਰ ਉਹ ਚੁੱਪ ਰਹਿੰਦੇ ਨੇ। ਇਸ ਕਰਕੇ ਹਰ ਕੋਈ ਇਹ ਵੇਖਦਾ ਵੀ ਅੱਜ ਕੱਲ੍ਹ ਨਾਨਕ ਹੱਸਦਾ ਕਿਉਂ ਨਹੀਂ, ਚੁੱਪ ਕਿਉਂ ਰਹਿੰਦਾ ਹੈ। ਆ ਜ਼ਮਾਨਾ ਇਹਦੀ, ਬਹੁਤਾ ਹੱਸੋਗੇ ਲੋਕੀ ਤੁਹਾਨੂੰ ਤਾਂ ਵੀ ਮਾੜਾ ਕਹਿਣਗੇ, ਬਹੁਤਾ ਚੁੱਪ ਵੀ ਰਹੋਗੇ ਤੇ ਲੋਕੀ ਕਹਿਣਗੇ ਇਹ ਹੰਕਾਰਿਆ ਹੋਇਆ, ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਮਿਲ ਗਈ, ਚੁੱਪ ਚੁੱਪ ਰਹਿੰਦਾ। ਜੇ ਵਿੱਚ ਵਿਚਾਲੇ ਰਹੋਗੇ ਜ਼ਮਾਨਾ ਫੇਰ ਵੀ ਆਖੇਗਾ, ਕਹਿੰਦੇ ਇਹਦਾ ਤੇ ਕੋਈ ਸਟੈਂਡ ਹੀ ਨਹੀਂ। ਹੁਣ ਗੁਰੂ ਸਾਹਿਬ ਇੱਕਦਮ ਚੇਂਜ ਹੋਏ ਆ। ਕਵੀ ਕਹਿੰਦੇ 5 ਸਾਲ ਦੀ ਉਮਰ ਵਿੱਚ ਜਦੋਂ ਪੈਰ ਰੱਖਿਆ ਉਹਨਾਂ ਨੇ ਆਪਣਾ ਸੁਭਾਅ ਏਦਾਂ ਬਦਲਤਾ ਜਿਵੇਂ ਧਰਤੀ ਤੋਂ ਅਸਮਾਨ ਹੋਵੇ। ਵੈਸੇ ਮਨੁੱਖਾਂ ਲਈ ਬੜਾ ਔਖਾ ਹੈ ਸੁਭਾਅ ਚੇਂਜ ਕਰਨਾ। ਅਸੀਂ ਕੱਪੜੇ ਬਦਲ ਸਕਦੇ ਹਾਂ, ਦੋਸਤ ਮਿੱਤਰ ਬਦਲ ਸਕਦੇ ਹਾਂ, ਘਰ-ਬਾਰ ਬਦਲ ਸਕਦੇ ਹਾਂ, ਦੁਨੀਆ ਦੇ ਰਿਸ਼ਤੇ ਬਦਲ ਸਕਦੇ ਹਾਂ, ਹਰ ਚੀਜ਼ ਆਪਾਂ ਚੇਂਜ ਕਰ ਸਕਦੇ ਹਾਂ। ਪਰ ਜਿੱਦਣ ਸੁਭਾਅ ਬਦਲਣ ਦੀ ਗੱਲ ਆ ਜੇ ਉਹ ਤੇ ਫਿਰ ਨਾਲ ਹੀ ਜਾਂਦਾ ਸਤਿਨਾਮ, ਉਹ ਨਹੀਂ ਬਦਲਿਆ ਜਾਂਦਾ। ਕੋਈ ਵਿਰਲਾ ਜਿਹੜਾ ਬਦਲ ਜਾਏ ਗੁਰੂ ਦੀ ਕਿਰਪਾ ਦੇ ਨਾਲ। ਰੱਸੀਆਂ ਸੜ ਜਾਂਦੀਆਂ ਨੇ ਪਰ ਵੱਟ ਨਹੀਂ ਜਾਂਦੇ ਹੁੰਦੇ। ਕਈ ਵਾਰ ਲੋਕਾਂ ਚਾਰੂ ਬੰਦਾ ਸੁਭਾਅ ਬਦਲ ਲੈਂਦਾ ਪਰ ਅੰਦਰ ਉਹੀ ਤੂਫਾਨ ਉੱਠਦੇ, ਉਹੀ ਕੁਛ ਚੱਲਦਾ। ਪਰ ਗੁਰੂ ਸਾਹਿਬ ਸ਼ਾਂਤ ਰਹਿਣ ਲੱਗ ਗਏ। ਇਹ ਗੱਲ ਕਿਸੇ ਨੂੰ ਭਾਉਂਦੀ ਨਹੀਂ। ਮਰਦ ਵੇਖਦੇ ਰਹਿੰਦੇ ਆ, ਸਾਡਾ ਪਰਿਵਾਰ ਸਾਡੇ ਤੇ ਸਟਿਕਨੈਸ ਕਰਦਾ ਹੈ, ਸਾਡੀਆਂ ਗੱਲਾਂ ਪਿਤਾ ਨੂੰ ਭਾਉਂਦੀਆਂ ਨਹੀਂ। ਬਸ ਇੱਕ ਚਾਚਾ ਲਾਲ ਚੰਦ ਨੇ ਜਿਹੜੇ ਹਮੇਸ਼ਾ ਹੀ ਪ੍ਰੇਮ ਕਰਦੇ ਆ, ਜਿਨ੍ਹਾਂ ਕਦੇ ਮੋਹ ਦੀ ਨਜ਼ਰ ਨਾਲ ਇਸ ਬੱਚੇ ਨੂੰ ਵੇਖਿਆ ਨਹੀਂ। ਲੈ ਵਸਤ ਕਰ ਬਾਹਰ ਧਾਵੇਂ, ਜੋ ਲੇਵਹਿ ਜੋ ਜਾਇ ਗਵਾਵਹਿ। ਹੁਣ ਕੀ ਸੀ ਜੋ ਪਰਿਵਾਰ ਨੂੰ ਪਸੰਦ ਨਹੀਂ ਆਉਂਦਾ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਘਰੋਂ ਕੀਮਤੀ ਵਸਤੂਆਂ ਚੁੱਕਣ ਲੱਗ ਪਏ, ਮਹਿੰਗੇ ਮਹਿੰਗੇ ਗਹਿਣੇ, ਸੋਨੇ ਚਾਂਦੀ, ਚੰਗੀਆਂ ਚੀਜ਼ਾਂ, ਚੋਰੀ ਨਹੀਂ, ਸਾਹਮਣੇ ਚੀਜ਼ਾਂ ਨੂੰ ਚੁੱਕਣਾ, ਉਹਨਾਂ ਨਾਲ ਖੇਡਣਾ, ਜਾ ਕਰਕੇ ਬਾਹਰ ਲੋੜਵੰਦਾਂ ਦੇ ਕੋਲੇ ਆਪ ਹੀ ਸੁੱਟ ਕੇ ਆ ਜਾਣਾ। ਹੁਣ 1 ਦਿਨ ਹੋਇਆ, 2 ਦਿਨ ਹੋਇਆ, 4 ਦਿਨ ਹੋਏ, ਕੌਣ ਪਸੰਦ ਕਰਦਾ ਘਰ ਦੀਆਂ ਕੀਮਤੀ ਚੀਜ਼ਾਂ ਬੱਚੇ ਸੁੱਟ ਕੇ ਹੋਣ ਸੰਸਾਰੀ ਤੌਰ ਤੇ? ਪਰ ਗੁਰੂ ਸਾਹਿਬ ਦਾ ਇਹਨਾਂ ਚੀਜ਼ਾਂ ਨਾਲ ਕੋਈ ਲਗਾਵ ਨਹੀਂ। ਜਦੋਂ ਕਿਤੇ ਰੱਬ ਦੀ ਕਿਰਪਾ ਕਿਸੇ ਆਮ ਬੰਦੇ ਤੇ ਵੀ ਹੋ ਜੇ ਨਾ ਜੀ, ਸੋਹਣੇ ਕੱਪੜੇ, ਧਨ ਦੌਲਤ, ਪਦਾਰਥ, ਇਹ ਮਿੱਟੀ ਲੱਗਣ ਲੱਗ ਜਾਂਦੇ ਨੇ। ਤੇ ਜਿਹਦੇ ਤੇ ਕਿਰਪਾ ਨਹੀਂ ਉਹ ਇਹਨਾਂ ਬਿਨਾਂ ਬਚ ਹੀ ਨਹੀਂ ਸਕਦਾ। ਹੁਣ ਗੁਰੂ ਸਾਹਿਬ ਨੇ ਸਮਾਨ ਚੁੱਕਣਾ, ਘਰ ਤੋਂ ਬਾਹਰ ਸੁੱਟ ਦੇਣਾ, ਮਾਂ ਬਾਪ ਵੇਖਦੇ ਰਹੇ, ਕੁਛ ਨਹੀਂ ਕਿਹਾ। ਹਫ਼ਤਾ 10 ਦਿਨ 15 ਦਿਨ ਮਹੀਨਾ ਚੱਲ, ਕੋਈ ਬੱਚਾ ਹੈ ਆਪ ਹੀ ਸਮਝ ਆ ਚੁੱਕੇ, ਵੱਡਾ ਹੋਏਗਾ ਆਪ ਹੀ ਸਮਝ ਜਾਏਗਾ। ਜਦ ਜ਼ਿੰਮੇਵਾਰੀਆਂ ਪੈਣਗੀਆਂ, ਦੋਹਰਾ ਭਾਜਨ ਭੂਖਣ ਬਸਨ ਜੇ, ਨਿਜਨ ਕੀਤ ਤੇਲੇ। ਹੁਣ ਕੀ ਕਰਦੇ ਨੇ ਸਤਿਗੁਰ? ਰਸੋਈ ਦੇ ਭਾਂਡੇ, ਕਾਂਸ਼ੀ ਦੇ, ਪਿੱਤਲ ਦੇ, ਉਹਨਾਂ ਚੀਜ਼ਾਂ ਦੇ ਵਿੱਚ ਇਹੀ ਚੀਜ਼ਾਂ ਹੁੰਦੀਆਂ ਸੀ। ਕਹਿੰਦੇ ਉਹ ਚੁੱਕਣੇ ਮਾਂ ਤੋਂ ਚੋਰੀ। ਜਦੋਂ ਮਾਂ ਇੱਧਰ ਉੱਧਰ ਕੰਮਾਂ 'ਚ ਹੋਣਾ ਨਾ, ਮਰਦ ਨੇ ਭਾਂਡੇ ਚੁੱਕਣੇ ਤੇ ਸੁੱਟ ਆਉਣੇ ਬਾਹਰ ਜਾ ਕੇ। ਕਦੇ ਵੇਖਣਾ ਮਾਤਾ ਜੀ ਦੇ ਗਹਿਣੇ ਪਏ ਆ, ਕਿਤੇ ਪੰਜੇਬ ਪਈ ਹੈ ਝਾਂਜਰ, ਕਿਤੇ ਨੱਥ ਪਈ ਹੈ, ਕਿਤੇ ਕੰਨਾਂ ਦੀਆਂ ਵਾਲੀਆਂ ਪਈਆਂ ਨੇ। ਆਮ ਅੱਗੇ ਇਹ ਚੀਜ਼ਾਂ ਕੋਈ ਬਹੁਤੀਆਂ ਕੀਮਤੀ ਨਹੀਂ ਸੀ ਮੰਨੀਆਂ ਜਾਂਦੀਆਂ। ਅੱਜ ਤੋਂ 60 ਕੁ ਸਾਲ ਪਿੱਛੇ ਚੱਲ ਜਾਓ, 100 ਸਾਲ ਪਿੱਛੇ ਚੱਲ ਜਾਓ, ਇਹ ਆਮ ਚੀਜ਼ਾਂ ਸੀ, ਨਾਰਮਲ। ਜਿਵੇਂ ਆਰਟੀਫਿਸ਼ਲ ਗਹਿਣੇ ਪਾਉਣੇ ਆ ਨਾ ਅੱਜ ਦੇ ਸਮੇਂ, ਉਹਨਾਂ ਲੋਕਾਂ ਦੇ ਲਈ ਇਹ ਨਹੀਂ ਸੀ ਹੁੰਦਾ ਜਿਵੇਂ ਅੱਜ ਵੀ 49,000 ਨੂੰ ਤੋਲਾ, 32,000 ਨੂੰ ਤੋਲਾ। ਅੱਜ ਤੇ ਟ੍ਰੈਂਡ ਚੱਲ ਗਿਆ। ਉਹ ਲੋਕ ਸਿਰਫ ਇਹਨਾਂ ਚੀਜ਼ਾਂ ਨੂੰ ਧਾਤਾਂ ਸਮਝਦੇ ਸੀ, ਧਾਤਾਂ, ਇਹ ਤੋਂ ਜ਼ਿਆਦਾ ਕੁਛ ਨਹੀਂ ਹੈ। ਤੇ ਸੱਚਮੁੱਚ ਸੋਨਾ, ਚਾਂਦੀ ਅਤੇ ਪਿੱਤਲ ਇਹ ਧਾਤਾਂ ਹੀ ਨੇ। ਸੋਨਾ ਕੋਈ ਖਾ ਨਹੀਂ ਲੈਂਦਾ, ਤਾਂਬਾ ਕੋਈ ਖਾ ਨਹੀਂ ਲੈਂਦਾ, ਹੀਰਾ ਕਿਤੇ ਖਾਧਾ ਨਹੀਂ ਜਾਂਦਾ। ਧਰਤੀ ਚੋਂ ਨਿਕਲਣ ਵਾਲੀਆਂ ਚੀਜ਼ਾਂ ਨੇ, ਇਸ ਕਰਕੇ ਇਹ ਧਾਤਾਂ ਨੇ। ਘੱਟ ਮਿਲਣ ਕਰਕੇ ਇਹ ਮਹਿੰਗੀਆਂ ਨੇ, ਹੋਰ ਤੇ ਕੁਛ ਨਹੀਂ ਹੈ।
ਨਾ ਤੇ ਸੋਨਾ ਪਾਉਣ ਨਾਲ ਉਮਰ ਵੱਧਦੀ, ਨਾ ਚਾਂਦੀ ਪਾਉਣ ਨਾਲ ਗੁੱਸਾ ਘਟਦਾ। ਇਹ ਤੇ ਵਹਿਮ ਨੇ ਵੇਲੇ, ਜਿੰਨੇ ਮਰਜ਼ੀ ਪਾਲੀ ਚਲੋ। ਹੁਣ ਉਹਨਾਂ ਸਮਿਆਂ 'ਚ ਮਰਦ ਨੇ ਚੀਜ਼ਾਂ ਚੁੱਕਣੀਆਂ, ਸੁੱਟ ਦੇਣੀਆਂ, ਪਰ ਬਾਜ਼ਾਰ ਦੇ ਵਿੱਚ ਬਾਕੀ ਚੀਜ਼ਾਂ ਦੇ ਨਾਲੋਂ ਥੋੜ੍ਹਾ ਜਿਹਾ ਮੁੱਲ ਜ਼ਿਆਦਾ ਹੁੰਦਾ ਸੀ। ਈਸਟ ਇੰਡੀਆ ਕੰਪਨੀ ਦੇ ਆਉਣ ਤੋਂ ਪਹਿਲਾਂ ਤੇ ਲੋਕਾਂ ਦੇ ਘਰੇ ਟੋਕਰੇ ਭਰੇ ਹੁੰਦੇ ਸੀ ਸੋਨੇ, ਦਰਵਾਜ਼ੇ ਖੁੱਲ੍ਹੇ ਸੀ, ਕਿਸੇ ਦੇ ਤਾਲੇ ਨਹੀਂ ਸੀ ਲੱਗੇ ਹੁੰਦੇ। ਇਹ ਚੀਜ਼ਾਂ ਤੇ ਆਮ ਸੀ ਲੋਕਾਂ ਦੇ ਵਿੱਚ। ਕਿੰਨੀ ਵਾਰ ਪੰਜਾਬ ਲੁੱਟਿਆ ਗਿਆ ਸੋਨੇ ਦੀ ਚਿੜੀ, ਹਿੰਦੁਸਤਾਨ ਕਿੰਨੀ ਵਾਰ ਲੁੱਟਿਆ ਗਿਆ। ਕਿੰਨੇ ਆਏ ਚੰਗੇਜ਼ ਖਾਂ ਵਰਗੇ ਇੱਥੇ ਲੁੱਟ ਕੇ ਲੈ ਕੇ ਜਾਂਦੇ ਰਹੇ। ਕਦੇ ਸੋਨਾ ਚਾਂਦੀ ਆਮ ਸੀ ਤੇ ਫਿਰ ਇਹ ਖਾਸ ਹੁੰਦਾ ਗਿਆ। ਜਿਹੜੀ ਚੀਜ਼ ਦੀ ਥੁੜ ਮੱਚਦੀ ਹੋਵੇ ਨਾ, ਦੁਰਲੱਭ ਹੋ ਜਾਂਦੀ ਹੈ। ਜੋ ਘੱਟ ਮਿਲਦੀ ਹੋਵੇ ਮਹਿੰਗੀ ਹੋਣ ਲੱਗ ਜਾਂਦੀ ਅੱਜ ਦੇ ਸਮੇਂ ਵੀ। ਕੋਈ ਸਬਜ਼ੀ ਹੋਵੇ, ਫਰੂਟ ਹੋਵੇ, ਘੱਟ ਮਿਲਦਾ ਤੇ ਮਹਿੰਗਾ ਹੀ ਹੈ, ਤੇ ਆਮ ਹੋਵੇ ਨੋਰਮਲ ਰੇਟ ਹੈ। ਉਹਨਾਂ ਸਮਿਆਂ 'ਚ ਗੁਰੂ ਸਾਹਿਬ ਨੇ ਮਹਿੰਗੇ ਭਾਂਡੇ, ਗਹਿਣੇ, ਕੀਮਤੀ ਵਸਤਰ ਸੁੱਟ ਆਇਆ ਕਰਨੇ। ਪਤਾ ਘਰਦਿਆਂ ਨੂੰ ਉਦੋਂ ਲੱਗਣਾ, ਮੰਨ ਲਓ ਦੁੱਧ ਗਰਮ ਕਰਨਾ ਹੈ, ਪਤੀਲਾ ਨਹੀਂ ਹੈ, ਫਿਰ ਗੁੱਸਾ ਆ ਜਾਣਾ। ਉੱਦਾਂ ਨਹੀਂ ਪਤਾ ਲੱਗਦਾ। ਕਿਤੇ ਖੁਰਚਣਾ ਨਹੀਂ ਲੱਭਦਾ, ਖੋਆ ਕੱਢਣਾ, ਕਿਤੇ ਕੁਛ ਨਹੀਂ ਲੱਭਦਾ, ਕਿਤੇ ਕੋਈ ਚੀਜ਼ ਨਹੀਂ ਲੱਭਦੀ। ਗਹਿਣੇ ਪਾਉਣੇ, ਇੱਕ ਗਹਿਣਾ ਹੈਗਾ, ਇੱਕ ਹੈ ਹੀ ਨਹੀਂ। ਸੁਭਾਵਿਕ ਗੱਲ ਆ, ਆਪਾਂ ਆਪਣੇ ਘਰ 'ਚ ਵੇਖੀਏ, ਸਾਡਾ ਬੱਚਾ ਗਹਿਣੇ ਸੁੱਟਣ ਲੱਗ ਜੇ, ਭਾਂਡੇ ਕੱਪ ਤੋੜਨ ਲੱਗ ਜੇ, ਕੱਚ ਦੇ ਗਲਾਸ ਤੋੜੇ, ਇੱਕ ਦਿਨ ਬਰਦਾਸ਼ਤ ਕਰੋਗੇ, 2 ਦਿਨ ਕਰੋਗੇ, ਤੀਜੀ ਦਿਨ ਸ਼ਕਤੀਮਾਨ ਬਣਾ ਦੋਗੇ ਮਾਰ ਕੇ ਤਾਂ ਵੀ ਤੇਰਾ ਰੋਜ਼ ਦਾ ਹੀ ਕੰਮ ਹੋ ਗਿਆ ਹੋਵੇ। ਹੁਣ ਗੁਰੂ ਸਾਹਿਬ ਰੋਜ਼ ਕਰਦੇ ਆ, ਪਿਤਾ ਔਖੇ ਭਾਰੇ ਰਹਿੰਦੇ ਆ। ਮੇਰਾ ਪੁੱਤ ਮੇਰਾ ਹੀ ਨੁਕਸਾਨ ਕਰਦਾ ਏ, ਜਾਏ ਨਿਰਸਤੇ ਜਾਏ ਤਹ ਜਹ ਆਗਾਤ ਦਿਨੇ। ਹੁਣ ਸਿੱਟਦੇ ਵੀ ਸਤਿਗੁਰ ਉੱਥੇ ਨੇ ਜਿੱਥੇ ਕੋਈ ਲੋੜਵੰਦ ਹੋਵੇ। ਵੇਖ ਲੈਣਾ ਗਰੀਬ ਜਾ ਦੇ ਕੋਲੇ ਸੁੱਟੇ ਆਉਣਾ ਵੀ ਜੇ ਫੜਾਊਂਗਾ ਉਹਨੇ ਲੈਣਾ ਨਹੀਂ। ਕਈ ਵਾਰ ਸੋਚਦਾ ਅਗਲਾ, ਬੱਚੇ ਤੋਂ ਚੀਜ਼ ਫੜਦੇ ਆ ਵੀ ਜੇ ਘਰ ਦੇ ਪਿੱਛੇ ਆ ਕੇ ਮੈਨੂੰ ਮੁੜਨੀ ਪੈਣੀ, ਸੁੱਟ ਕੇ ਚਲੇ ਜਾਣਾ ਤੇ ਅਗਲਿਆਂ ਚੁੱਕ ਲੈਣੀ। ਕਿਸੇ ਸਾਧੂ ਨੇ ਆਉਣਾ ਕੋਲੇ ਸੋਨਾ ਸੁੱਟਾ ਦੇ, ਕੋਈ ਲੋੜਵੰਦ ਗਰੀਬ ਬੈਠਾ ਹੈ, ਉਹਦੇ ਨੇੜੇ ਤੇੜੇ ਜਾਂਦੇ ਭਾਂਡੇ ਸੁੱਟ ਕੇ ਵਾਪਸ ਆ ਕੇ ਮੁੜ ਕੇ ਉਧਰ ਨੂੰ ਜਾਣਾ ਨਹੀਂ, ਅਗਲਾ ਚੁੱਕ ਕੇ ਲੈ ਜਾਵੇ। ਹੁਣ ਕਿੱਡਾ ਵੀ ਕੋਈ ਅਮੀਰ ਕਿਉਂ ਨਾ ਹੋਵੇ, ਯੂਜ਼ਿੰਗ ਵਾਲੀਆਂ ਚੀਜ਼ਾਂ ਜਿਹੜੀਆਂ ਆਮ ਬੇਸਿਕ ਨੇ ਉਹ ਘਰ ਚੋਂ ਗਾਇਬ ਹੋਣ ਲੱਗ ਜਾਣ, ਵੇਖੋ ਔਖਾ ਤੇ ਲੱਗਦਾ ਹੀ ਹੈ। ਭਾਵੇਂ ਆਪਣੀ ਭਾਂਡਿਆਂ ਦੀ ਫੈਕਟਰੀ ਕਿਉਂ ਨਾ ਹੋਵੇ ਬੰਦੇ ਦੀ ਬਣਾਉਣ ਵਾਲੀ, ਪਰ ਰੋਟੀ ਖਾਣ ਵੇਲੇ ਬਰਤਨ ਨਾ ਮਿਲੇ, ਜਿਹਦੀ ਲੋੜ ਹੈ, ਗੁੱਸਾ ਤੇ ਫਿਰ ਆਉਂਦਾ ਹੈ। ਸੰਸਾਰੀ ਵਿਅਕਤੀ ਪਿਤਾ ਜੀ ਵੇਖਦੇ ਰਹੇ। ਮਾਂ ਨੇ ਬੜੀ ਵਾਰ ਕਿਹਾ, ਪੁੱਤ ਨਾ ਕਰਿਆ ਕਰ, ਭਾਂਡੇ ਨਾ ਸੁੱਟਿਆ ਕਰ, ਕੱਪੜੇ ਨਾ ਲੈ ਕੇ ਜਾਇਆ ਕਰ, ਧੋ ਕੇ ਕੀਮਤੀ ਕੱਪੜੇ ਸੁੱਕਣੇ ਪਾਉਣੇ। ਬਾਬੇ ਨਾਨਕ ਨੇ ਇਕੱਠੇ ਕਰਨੇ, ਲੋੜਵੰਦਾਂ ਕੋ ਸੁੱਟੇ ਆਉਣਾ ਵੀ ਚੱਲ ਕੋਈ ਨਹੀਂ, ਮਾਂ ਆਪੇ ਸਵਾ ਲੂ ਕੱਪੜੇ, ਹੋਰ ਬਥੇਰੇ ਪੈਸੇ, ਬਾਪੂ ਆਪੇ ਬਣਾ ਲੂ। ਦਾਨ ਸੀ ਬਹੁਤ ਵੱਡਾ। ਹੁਣ ਇੱਕਦਮ ਸੁਭਾਅ ਬਦਲਿਆ 5 ਸਾਲ ਦੀ ਉਮਰ ਵਿੱਚ, ਇਹ ਤੇ ਹੋਣਾ ਹੀ ਸੀ। ਪਰਿਵਾਰ ਨੂੰ ਇਹ ਗੱਲਾਂ ਰਾਸੇ ਆਉਂਦੀਆਂ ਨਹੀਂ। ਚੋਪਈ ਕਰਤ ਨਿਤਾ ਪ੍ਰਤਿ ਏ ਬਿਦਕਾਰ ਦਿਆ ਕਰਨ ਕੋ ਜੇ ਵਿਵਹਾਰ। ਕਹਿੰਦੇ ਲੋਕ ਆਖਿਆ ਕਰਨ ਕਾਲੂ ਜੀ ਦਾ ਪੁੱਤ ਬੜਾ ਦਾਨੀ ਹੈ, ਬੜਾ ਵੱਡੇ ਨਿੱਘੇ ਸੁਭਾਅ ਵਾਲਾ। ਉਹ ਤੇ ਛੋਟੀ ਉਮਰੇ ਦਾਨ ਕਰਨ ਲੱਗ ਗਿਆ, ਕਿਸੇ ਨੂੰ ਕੁਛ ਦੇ ਆਉਂਦਾ, ਕਿਸੇ ਨੂੰ ਕੁਛ। ਹੁਣ ਜਦੋਂ ਰੋਜ਼ ਹੀ ਲੋੜਵੰਦਾਂ ਨੂੰ ਚੀਜ਼ਾਂ ਦੇਣ ਲੱਗ ਗਏ ਤੇ ਹਰ ਕੋਈ ਆਇਆ ਕਰੇ, ਅੱਗੇ ਅੱਗੇ ਦੱਸਿਆ ਕਰੇ ਵੀ ਜੇ ਤੂੰ ਕੁਛ ਚਾਹੀਦਾ ਉੱਥੇ ਚੱਲ ਜਾਇਆ ਕਰ। ਉਹ ਬੱਚਾ ਬੜਾ ਦਾਨੀ ਹੈ। ਕਹਿੰਦੇ ਪਿਤਾ ਕਲਿਆਣ ਚੰਦ 3-4 ਮਹੀਨੇ ਵੇਖਦੇ ਰਹੇ। ਕਹਿੰਦੇ ਵੀ ਜੇ ਆਹੀ ਕੰਮ ਰਿਹਾ ਮੇਰੇ ਤੇ ਮਕਾ ਦੂ ਭਾਂਡੇ, ਅੱਜ ਮੁੱਕਣਗੇ ਕੱਲ ਨੂੰ ਵਕਾ ਦਊਗਾ ਸਤਿਨਾਮ। ਜਿੱਦਣੇ ਵੱਡਾ ਹੋ ਗਿਆ ਤੇ ਘਰ 'ਚ ਰਹੂਗਾ ਕੀ? ਜਿਹਨੂੰ ਹੁਣ ਦਾਨ ਕਰਨ ਦੀ ਆਦਤ ਪਏਗੀ, ਵੱਡਾ ਹੋ ਕੇ ਕੀ ਛੱਡੇਗਾ? ਉਹਨੇ ਆਪਣੀ ਪਤਨੀ ਤ੍ਰਿਪਤਾ ਜੀ ਦੇ ਨਾਲ ਲੜਨਾ ਵੇਖ ਲਾ, ਤੇਰਾ ਪੁੱਤ ਕਿਹੋ ਜਿਹੇ ਕੰਮ ਕਰਦਾ। ਮਾਂ ਨੇ ਪੋਚਾ ਪਾ ਦਿਆ ਕਰਨਾ, ਨਾ ਫਿਰ ਕੀ ਹੋ ਗਿਆ? ਵੇਖੋ ਜੀ, ਰੱਬ ਨੇ ਪੁੱਤ ਬਖਸ਼ਿਆ, ਇੰਨੀ ਮਾਇਆ ਆਪਣੇ ਕੋਲੇ, ਸਭ ਕੁਝ ਆਪਣੇ ਕੋਲੇ ਆ। ਜੇ ਮਾੜਾ ਮੋਟਾ ਸੁੱਟ ਵੀ ਆਉਂਦਾ ਤੇ ਕੀ ਹੈ? ਇਹ ਸਿਰਫ ਮਾਤਾ ਜੀ ਆਪਣੇ ਪਤੀ ਨੂੰ ਸਮਝਾਉਂਦੇ ਆ, ਪਰ ਜਦੋਂ ਕਿਤੇ ਇਕੱਲੇ ਮਿਲ ਜਾਂਦੇ ਹੱਥ ਸਿੱਧਾ ਵੀ ਕਰ ਲੈਂਦੇ ਆ। ਮਾਂ ਕਰਦੀ ਅਕਸਰ ਇਹਦਾ, ਬਾਪੂ ਤੋਂ ਬਚਾਉਂਦੀ ਹੈ, ਬਾਅਦ ਵਿੱਚ ਫਿਰ ਛਿੱਲ ਲਾਉਂਦੀ ਹੈ। ਮਾਤਾ ਤ੍ਰਿਪਤਾ ਨੇ ਬੜੀ ਵਾਰ ਮਰਦ ਨੂੰ ਝਿੜਕਿਆ ਕਰਨਾ, ਪਰ ਗੁਰੂ ਸਾਹਿਬ ਨਹੀਂ ਹਟੇ। ਜਿੰਨਾ ਕਿੰਨਾ ਝਿੜਕਦੇ ਆ ਉਹਨਾਂ ਵੱਧ ਸਮਾਨ ਘਰ ਦਾ ਸੁੱਟ ਕੇ ਆਉਂਦੇ ਹਨ। ਤਿਆ ਕਰਨ ਕੋ ਜੇ ਵਿਵਹਾਰ ਇੱਕ ਬਾਸਰ ਇੱਕ ਭਾਜਨ ਲੀਨਾ ਰੰਗ ਪਿੱਖਿਓ ਇੱਕ ਤੈ ਸੁਟ ਦੀਨਾ। ਕਲਿਆਣ ਚੰਦ ਬੜੇ ਦੁਖੀ ਹੋ ਗਏ। ਪੰਡਤ ਦੇ ਬੋਲ ਯਾਦ ਆਇਆ ਕਰਨ, ਉਹ ਕਹਿੰਦਾ ਸੀ ਨਾਨਕ ਨਾਮ ਰੱਖ ਤਾਂ ਲੋਕਾਂ ਦੇ ਦੁੱਖ ਕੱਟੂਗਾ।
ਉਹ ਉੱਠਦੇ ਪੈਂਦੇ ਗਾਲ ਕੱਢਿਆ ਕਰਨ, ਕਹਿੰਦੇ ਤੇਰਾ ਬੇੜਾ ਬਹਿ ਜੇ ਪੰਡਤਾ, ਤੂੰ ਤੇ ਕਹਿੰਦਾ ਸੀ ਇਹ ਦੁੱਖ ਕੱਟੂਗਾ, ਉਹ ਇਹਨੇ ਤੇ ਮੈਨੂੰ ਦੁਖੀ ਕਰ ਕਰ ਮਾਰ ਛੱਡਿਆ। ਸਤਿਨਾਮ, ਰੋਜ਼ ਦਾ ਹੀ ਕੰਮ ਹੋ ਗਿਆ। ਤੇ ਮਾਂ ਵੀ ਧਿਆਨ ਰੱਖਿਆ ਕਰੇ ਪੁੱਤ ਕੀ ਲੈ ਕੇ ਜਾਂਦਾ ਚੁੱਕ ਕੇ। ਵੇਖੋ ਫਰਕ ਕਿੰਨਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਬਚਪਨ ਦੇ ਵਿੱਚ ਬਰਤਨਾਂ, ਸੋਨਾ, ਚਾਂਦੀ ਸਭ ਕੁਝ ਲੈ ਕੇ ਜਾਂਦੇ ਸੀ ਦੁਨੀਆ ਦੇ ਭਲੇ ਵਾਸਤੇ, ਤੇ ਬੱਚੇ ਚੁੱਕਦੇ ਅੱਜ ਵੀ ਨੇ ਸਿਰਫ ਚਿੱਟੇ ਵਾਸਤੇ। ਕੋਈ ਸਿਲੰਡਰ ਵੇਚ ਆਇਆ, ਅੰਬਾਦੀ ਵਾਲੇ ਪਾਸੇ ਜਾ ਕੇ ਵੇਖੋ ਕਿੰਨਾ ਮਾੜਾ ਹਾਲ ਹੈ। ਤਰਨਤਾਰਨ ਡਿਸਟ੍ਰਿਕਟ ਵਿੱਚ ਜਾ ਕੇ ਦੇਖੋ ਕੀ ਹਾਲ ਨੇ, ਘਰਾਂ ਦੇ ਘਰ ਵਿਹਲੇ ਪਏ ਆ, ਮਾਵਾਂ ਦੇ ਗਹਿਣੇ ਨਹੀਂ ਛੱਡੇ, ਕੱਪੜੇ ਤੱਕ ਨਹੀਂ ਛੱਡੇ, ਸਭ ਕੁਝ ਵੇਚ ਵੱਟ ਦਿੱਤਾ। ਪਿਓ ਵੀ ਤੁਰ ਗਿਆ ਤੇ ਜਾਣ ਦੀ ਤਿਆਰੀ 'ਚ ਪੁੱਤ ਵੀ ਬੈਠਾ, ਪਰ ਬਰਬਾਦ ਕਰਕੇ ਜਾਊਗਾ। ਭਾਂਡੇ ਤੱਕ ਵੇਚ ਦਿੱਤੇ। ਅੱਜ ਸੰਸਥਾਵਾਂ ਫਿਰ ਰਹੀਆਂ ਨੇ ਹੈਲਪ ਕਰਦੀਆਂ। ਹਾਲਾਤ ਕਿਉਂ ਇਦਾਂ ਦੇ ਨੇ? ਗੁਰੂ ਸਾਹਿਬ ਤੇ ਦਾਨ ਕਰਦੇ ਸੀ, ਲੋਕਾਂ ਦਾ ਭਲਾ ਕਰਦੇ ਸੀ, ਤੇ ਬੱਚੇ ਚੱਲੇ ਉਸੇ ਲਾਈਨ ਤੇ ਨੇ, ਪਰ ਘਰ ਬਰਬਾਦ ਕਰਨ ਵਾਸਤੇ, ਐਬਾਂ ਵਾਸਤੇ, ਮਾੜੇ ਕੰਮਾਂ ਵਾਸਤੇ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਦਿਨ ਉਹਨਾਂ ਨੇ ਨਾ ਕੀਮਤੀ ਦਾ ਭਾਂਡਾ ਚੁੱਕ ਲਿਆ ਤੇ ਮਾਂ ਨੇ ਰੱਖੀ ਨਜ਼ਰ। ਐਸਾ ਨਹੀਂ ਵੀ ਮਾਤਾ ਪ੍ਰੇਮ ਨਹੀਂ ਕਰਦੀ, ਬੜਾ ਪ੍ਰੇਮ ਕਰਦੇ ਆ। ਉਹਨਾਂ ਨੂੰ ਦੁੱਖ ਨਹੀਂ ਸੀ ਪੁੱਤ ਮੇਰਾ ਦਾਨ ਕਰਦਾ। ਹੁਣ ਰੋਜ਼ ਦਾ ਦਾਨ ਵੀ ਚੰਗਾ ਨਹੀਂ ਹੁੰਦਾ। ਠੀਕ ਹੈ, ਇੱਕ ਅੱਧਾ ਦਿਨ ਦਾਨ ਕਰ ਆਇਆ, ਕਿਸੇ ਨੂੰ ਕੁਝ ਦੇ ਦਿੱਤਾ, ਇਹ ਥੋੜਾ ਵੀ ਹੁਣ ਰੋਜ਼ ਹੀ ਸਾਰਾ ਕੁਝ ਘਰ ਦਾ ਦੇਈ ਚੱਲ। ਆਪਣੇ ਪਰਿਵਾਰ ਦਾ ਕੋਈ ਮੈਂਬਰ ਆ, ਇੱਕ ਦਿਨ ਕਿਸੇ ਨੂੰ ਆਟਾ ਦਾਲ ਦੇ ਆਇਆ, ਕੋਈ ਗੱਲ ਨਹੀਂ। 4 ਦਿਨਾਂ ਬਾਅਦ ਦੇ ਮਹੀਨੇ ਬਾਅਦ ਦੇ ਆਇਆ, ਕੋਈ ਗੱਲ ਨਹੀਂ। ਜੇ ਰੋਜ਼ ਹੀ ਸਮਾਨ ਚੁੱਕ ਚੁੱਕ ਕੇ ਦੇਈ ਜਾਏ ਚੋਰੀ, ਤੇ ਕੀ ਲੱਗੂਗਾ ਵੀ ਆ ਭਾਈ ਪਹਿਲਾਂ ਤੈਨੂੰ ਮਿਲਦੀ ਹੈ। ਮਾਤਾ ਨੇ ਰੱਖੀ ਨਜ਼ਰ। ਗੁਰੂ ਸਾਹਿਬ ਨੇ ਇੱਕ ਬਰਤਨ ਚੁੱਕਿਆ, ਪਤਾ ਉਹਨਾਂ ਨੂੰ ਵੀ ਸੀ ਵੀ ਮਾਂ ਵੇਖ ਰਹੀ ਹੈ, ਕਿਹਾ ਕੁਛ ਨਹੀਂ ਹੈ। ਚੁੱਪ ਚਪੀਤੇ ਬਰਤਨ ਲੈ ਕੇ ਹੱਥ ਕਰਕੇ ਪਿੱਛੇ ਨੰਗੇ ਪੈਰ ਤੁਰੇ ਜਾਂਦੇ। 5.5-6 ਸਾਲ ਦੀ ਉਮਰ ਹੈ। ਕਹਿੰਦੇ ਮਾਤਾ ਦਬੇ ਪੈਰ, ਮਾਂ ਤ੍ਰਿਪਤਾ ਪਿੱਛੇ 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 ਪਿੱਛੇ। ਹੁਣ ਬੱਚਿਆਂ 'ਚ ਭੋਲਾਪਣ ਪਤਾ ਕੀ ਹੁੰਦਾ, ਉਹ ਪਿੱਛੇ ਮੁੜ ਕੇ ਨਹੀਂ ਦੇਖਦੇ ਕੌਣ ਹੁੰਦਾ। ਮਾਤਾ ਛੁਪ ਛੁਪ ਕੇ ਜਾ ਰਹੇ ਵੀ ਜਾਂਦਾ ਕਿੱਥੇ, ਵੇਖਾਂ ਤੇ ਸਹੀ। ਜਦ ਵੇਖਿਆ ਕਹਿੰਦੇ ਅੱਗੇ ਇੱਕ ਗਰੀਬੜਾ ਜਿਹਾ ਖੜਿਆ ਕੋਈ ਮੰਗਣ ਵਾਲਾ, ਉਹਦੇ ਨੇੜੇ ਭਾਂਡਾ ਸੁੱਟਿਆ, ਇੱਕਦਮ ਪਿੱਛੇ ਨੂੰ ਭੱਜ ਆਏ। ਤੇ ਉਹ ਕੋਈ ਗਰੀਬ ਵੀ ਐਕਸਪਰਟ ਸੀ, ਉਹਨੇ ਭਾਂਡਾ ਵੇਖਿਆ, ਚੁੱਕਿਆ, ਲੋਈ ਥੱਲੇ ਕਰ ਲਿਆ। ਨਾਮ ਇਹੋ ਜਿਹੇ ਲੋਕ ਬੜੇ ਸੰਵਾਦ ਦੇ ਵਿੱਚ। ਗੁਰੂ ਘਰਾਂ ਦੇ ਵਿੱਚ ਜੋੜੇ ਘਰ ਕਿਉਂ ਬਣਦੇ ਆ ਜੀ? ਮੰਦਰ ਮਸਜਿਦ ਵੇਖਿਆ ਨਾ, ਟੋਕਨ ਵੀ ਦੇਣਾ ਪੈਂਦਾ ਅਗਲਿਆਂ ਨੂੰ। ਆਉਣ ਵਾਲੇ ਸਮੇਂ 'ਚ ਸੈਂਸਰ ਲੱਗ ਜਾਣਾ ਵੀ ਅੰਗੂਠਾ ਲਾਓ ਤੇ ਜੋੜਾ ਚੱਕੋ। ਇਹ ਕਿਉਂ ਹੈ? ਪਤਾ ਵੀ ਰੱਬ ਦੇ ਘਰ ਵੀ ਲੋਕਾਂ ਨੇ ਆ ਕੇ ਜੁੱਤੀ ਚੱਕਣ ਲੱਗੇ, ਟਾਈਮ ਨਹੀਂ ਲਾਉਣਾ। ਕਹਿੰਦੇ ਕੋਈ ਨਹੀਂ, ਹੁਣ ਕਿਹੜਾ ਬਾਬਾ ਵੇਖਦਾ ਨਾਮ ਵੀ ਚੱਲ ਆਪ ਤੇ ਜੁੱਤੀ ਮਹਿੰਗੀ ਲੈ ਨਹੀਂ ਸਕਦੇ, ਇੱਥੇ ਕਿਤੇ ਬ੍ਰਾਂਡ ਦੇ ਪਏ ਹੋਣਗੇ, ਪਾ ਲਓ, ਨੰਬਰ ਤੇ ਮਿਲ ਹੀ ਜਾਂਦੇ ਆ। ਕਿੰਨਾ ਘਟਾਰਾ ਦੁਨੀਆ। ਮੰਦਰ ਮਸਜਿਦਾਂ ਦੇ ਵਿੱਚ ਗੋਲਕਾਂ ਨੂੰ ਤਾਲੇ ਕਿਉਂ ਲਾਉਣੇ ਪੈਂਦੇ ਆ? ਕਿਤੇ ਨਾ ਕਿਤੇ ਇਹੀ ਮਨੁੱਖ ਭੇੜੀਆ ਬਣਿਆ ਫਿਰਦਾ, ਭੁੱਲ ਜਾਂਦਾ ਰੱਬ ਨੂੰ। ਮਤਲਬ ਹਰ ਥਾਂ ਤੇ ਹਨੇਰਾ ਹੈ, ਕਿਤੇ ਨਾ ਕਿਤੇ ਕੁਛ ਹੈ। ਕਹਿੰਦੇ ਉਸ ਚੋਰ ਨੇ, ਮੰਗਤੇ ਨੇ ਭਾਂਡਾ ਲੁਕੋ ਲਿਆ। ਮਾਂ ਦੀਆਂ ਨਜ਼ਰਾਂ ਵਿੱਚੋਂ ਚੋਰ ਹੀ ਹੋਇਆ। ਮਾਤਾ ਕਹਿੰਦੀ ਜਿਹੜਾ ਅੱਜ ਭਾਂਡਾ ਲੁਕਾਉਂਦਾ ਇਹ ਕੱਲ ਵੀ ਆਇਆ ਹੋਣਾ, ਰੋਜ਼ ਦਾ ਹੀ ਹਿਲਿਆ ਹੋਣਾ। ਜਿਹਨੂੰ ਪਤਾ ਵੀ ਬੱਚਾ ਭਾਂਡਾ ਸੁੱਟ ਕੇ ਜਾਂਦਾ ਤੇ ਆਪਾਂ ਚੁੱਕਣਾ। ਸਮਾਜ ਦੀ ਨਜ਼ਰ ਵਿੱਚ ਉਹ ਚੋਰ ਹੈ, ਤੇ ਗੁਰੂ ਸਾਹਿਬ ਦੀ ਨਜ਼ਰ ਵਿੱਚ ਕੌਣ ਹੈ ਜੀ? ਲੋੜਵੰਦ। ਜ਼ਰੂਰੀ ਨਹੀਂ ਹੁੰਦਾ ਹਰ ਬੰਦਾ ਚੋਰ ਹੈ। ਕਈ ਵਾਰ ਕਿਸੇ ਦੀ ਮਜਬੂਰੀ ਇਸ ਥਾਂ ਤੇ ਲੈ ਆਉਂਦੀ ਹੈ, ਨਾ ਚਾਹੁੰਦਿਆਂ ਬੰਦੇ ਦਾ ਕੀਤਾ ਹੋਇਆ ਕੰਮ ਵੀ ਗੁਨਾਹ ਬਣ ਜਾਂਦਾ ਹੈ। ਗੁਨਾਹ ਬਣ ਜਾਂਦਾ ਹੈ। ਬੜੇ ਲੋਕ ਏਦਾਂ ਦੇ। ਭੁੱਖ ਲੱਗੀ ਸੀ, ਚੁੱਕ ਕੇ ਕਿਸੇ ਦਾ ਖਾ ਲਿਆ। ਜਿੱਥੇ ਨੌਕਰੀ ਕਰਦੇ ਸੀ, ਮਾਲਕ ਨੇ ਰੌਲਾ ਪਾਤਾ, ਇਹਨੇ ਚੋਰੀ ਕਰਨੀ। ਨੌਕਰੀ ਗਈ, ਤਨਖਾਹ ਵੀ ਗਈ। ਕੀ ਸੀ? ਖਾਣਾ ਹੀ ਸੀ, ਕੁਛ ਵੀ ਨਹੀਂ। ਖਾਣ ਪੀਣ ਦੀਆਂ ਕਾਹਦੀਆਂ ਚੋਰੀ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਰਤਨ ਸੁੱਟਿਆ, ਉਸ ਲੋੜਵੰਦ ਨੇ ਚੁੱਕ ਕੇ ਲੁਕੋ ਲਿਆ। ਮਾਤਾ ਜੀ ਨੇ ਸੋਚਿਆ ਵੀ ਜੇ ਮੈਂ ਇਸ ਮੰਗਣ ਵਾਲੇ ਨੂੰ ਕੁਛ ਕਿਹਾ, ਗੱਲ ਹੋਰ ਹੈ, ਕਿਉਂ ਨਾ ਆਪਣੇ ਵਾਲੇ ਨੂੰ ਸਿੱਧਾ ਕਰੀਏ। ਨਾਮ ਜਿਹੜਾ ਰੋਜ਼ ਚੁੱਕ ਸੁੱਟਦਾ ਹੈ, ਅਸਲ ਦੇ ਵਿੱਚ ਕਲਾਸ ਦੀ ਤੇ ਲੋੜ ਉਹਨੂੰ ਹੈ। ਜਦੋਂ ਦੇਣ ਵਾਲਾ ਨਹੀਂ ਜਾਏਗਾ ਤੇ ਲੈਣ ਵਾਲੇ ਕਿੱਥੋਂ ਆ ਜਾਣਗੇ? ਮਾਤਾ ਤ੍ਰਿਪਤਾ ਸਾਰਾ ਹਾਲ ਅੱਖੀ ਵੇਖਦੀ ਰਹੀ, ਪਰ ਚੁੱਪ ਰਹੀ। ਵੇਖੀ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਸੁੱਟ ਕੇ ਬਰਤਨ ਉਹਨਾਂ ਪਿੱਛੇ ਮੁੜ ਕੇ ਨਹੀਂ ਵੇਖਿਆ। ਦਾਨ ਕਰੋ, ਜਮ ਕਰੋ, ਪਰ ਅੱਜ ਵਾਲਾ ਨਾ ਕਰੋ। ਇੱਕ ਕੇਲਾ ਦੇ ਕੇ 20 ਜਣੇ ਫੋਟੋ ਖਿਚਾਉਂਦੇ, ਇੱਕ ਕੰਬਲ ਦੇ ਕੇ 25 ਸੰਸਥਾ ਦੇ ਨਾਂ ਲਿਖਾਈ ਫਿਰਦੇ ਪਿੱਛੇ। ਇਹ ਸੇਵਾ ਨਹੀਂ ਹੈ। ਕਿਸੇ ਲੋੜਵੰਦ ਧੀ ਦਾ ਵਿਆਹ ਕਰਨਾ ਨਾ, ਲਾਈਵ ਹੋ ਕੇ ਜਲੂਸ ਕੱਢ ਦੇਣਾ ਅਗਲੇ ਦਾ ਵੀ ਫਲਾਣੇ ਦੀ ਧੀ ਹੈ ਜੀ,
ਬਹੁਤ ਗਰੀਬ ਪਰਿਵਾਰ ਹੈ, ਘਰ ਬਣਾ ਕੇ ਦੇਣਾ, ਛੱਤ ਪਾ ਕੇ ਦੇਣੀ ਹੈ, ਇਸ ਭੈਣ ਦਾ ਵਿਆਹ ਕਰਨਾ ਹੈ। ਕਿੰਨਿਆਂ ਨੇ ਪੈਸੇ ਭੇਜਦੇ? ਪਿੱਛੇ ਜੇ ਚੱਲਦਾ ਰਿਹਾ ਕੰਮ ਦਾ। ਕਿੰਨਿਆਂ ਕੋਲੋਂ ਆ ਗਏ ਜੀ? ਲੱਖਾਂ ਰੁਪਇਆ ਇਕੱਠਾ ਹੋ ਗਿਆ। ਲੋੜ ਕਿੰਨੀ ਸੀ? 60,000 ਦੀ, 70,000 ਦੀ। ਹੁਣ ਜਿਸ ਬੱਚੀ ਦਾ ਇਹ ਵਿਆਹ ਕੀਤਾ, ਕੱਲ ਨੂੰ ਉਹਨੂੰ ਸਹੁਰੇ ਵਾਲੇ ਤਾਨੇ ਮਾਰਦੇ, ਕਹਿੰਦੇ ਲੈ ਤੇਰੇ ਪਿਓ ਕੋਲ ਨੰਗ ਕੋਲ ਕੀ ਸੀ, ਮੰਗ ਕੇ ਤੇ ਦਾਜ ਦਿੱਤਾ। ਜਦੋਂ ਵਿਚਾਰੀ ਕਿਤੇ ਆਪਣੇ ਪਿੰਡ ਨੂੰ ਤੁਰਦੀ ਆ ਨਾ, ਸ਼ਰਮਿੰਦੀ ਹੋ ਜਾਂਦੀ ਹੈ ਵੀ ਜਿੱਦਣ ਵੀਡੀਓ ਤੇ ਲਾਈਵ ਕੀਤਾ ਸੀ ਆਹ ਪਿੰਡ ਦੇ ਲੋਕ ਕੋਲੇ ਖੜੇ ਸੀ, ਮੈਂ ਕਿਵੇਂ ਅੱਖ ਚੁੱਕ ਕੇ ਵੇਖਾਂ। ਉਹ ਅਸੀਂ ਤੇ ਦਾਨ ਦੇ ਚੱਕਰ ਵਿੱਚ ਲੋਕਾਂ ਨੂੰ ਜਲੀਲ ਕਰਨ ਲੱਗੇ ਹੋਏ ਗਰੀਬੀ ਨੂੰ। ਇਹ ਦਾਨ ਨਹੀਂ ਹੈ। ਜਿਹਨੇ ਦਾਨ ਕਰਨਾ ਨਾ, ਉਹ ਦਿਖਾਵੇ ਨਹੀਂ ਕਰਦਾ, ਉਹ ਰੌਲਾ ਨਹੀਂ ਪਾਉਂਦਾ, ਫੋਟੋਆਂ ਨਹੀਂ ਪਾਉਂਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਵਾਰ ਵੀ ਮੁੜ ਕੇ ਪਿੱਛੇ ਨਹੀਂ ਵੇਖਿਆ ਵੀ ਜਿਹਨੂੰ ਮੈਂ ਭਾਂਡਾ ਦਿੱਤਾ ਕੱਲ ਲੈ ਗਿਆ ਸੀ ਕਿ ਨਹੀਂ ਲੈ ਗਿਆ ਸੀ, ਵੀ ਕਿਤੇ ਹੋਰ ਤਾਂ ਨਹੀਂ ਹੈ। ਵੇਖਿਆ ਚੱਲ ਲੋੜਵੰਦ ਇਸ ਥਾਂ ਤੇ ਖੜਾ, ਸੁੱਟ ਦਿੱਤਾ। ਤੁਰ ਕੇ ਆ ਰਹੇ ਆ, ਕਹਿੰਦੇ ਹੱਥ ਪਿੱਛੇ ਕਰਕੇ ਤੁਰੇ ਆਉਂਦੇ ਭੋਲੇ ਭਾਲੇ ਤੇ। ਅਚਨਚੇਤ ਮਾਂ ਤ੍ਰਿਪਤਾ ਸਾਹਮਣੇ ਆ ਗਈ। ਜਦੋਂ ਮਾਤਾ ਸਾਹਮਣੇ ਆਈ ਨਾ, ਸਾਹਮਣਾ ਕਿੱਥੇ ਹੋਣਾ ਸੀ ਫਿਰ? ਫਿਕਰ ਪੈ ਗਿਆ ਵੀ ਲੱਗਦਾ ਮਾਂ ਨੇ ਵੇਖ ਲਿਆ। ਮਾਂ ਇੱਥੇ ਕਿਵੇਂ ਆ ਗਈ ਹੈ? ਚਿੰਤਾ ਪੈ ਗਈ। ਮਾਤਾ ਨੂੰ ਵੇਖ ਕੇ ਗੁਰਾਂ ਨੇ ਸੂਟ ਵੱਟੀ ਹੈ। मोर कर निज कर आए जब ही जननी हीरे रोसी तब ही। ਕਹਿੰਦੇ ਮਾਤਾ ਦੀ ਪਿੱਛੇ ਪਿੱਛੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੰਗੇ ਪੈਰ ਅੱਗੇ ਅੱਗੇ ਸਿੱਧਾ ਘਰ ਆਣ ਵੜੇ। ਤੇ ਮਾਤਾ ਤ੍ਰਿਪਤਾ ਉਹ ਵੀ ਕੋਈ ਆਮ ਨਹੀਂ ਹੁੰਦੀ। ਕਹਿੰਦੇ ਜਦ ਵਿਹੜੇ ਚ ਆਏ ਨੇ ਉਹਨਾਂ ਨੂੰ ਗੁੱਸਾ ਆ ਗਿਆ ਬਹੁਤ। ਬਾਲਣ ਪਿਆ ਸੀ ਕੋਲੇ, ਬਾਲਣ ਚ ਉਹਨਾਂ ਨੇ ਇੱਕ ਲੱਕੜ ਜੀ ਚੁੱਕ ਲਈ ਟਰਾਉਣ ਵਾਸਤੇ। ਕਹਿੰਦੇ ਪੁੱਤ ਅੱਜ ਨਹੀਂ ਛੱਡਦੀ, ਤੇਰਾ ਰੋਜ਼ ਦਾ ਹੀ ਕੰਮ ਹੋ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਇੱਕਦਮ ਸਹਿਮ ਗਏ ਵੀ ਇੱਕ ਤੇ ਮੈਨੂੰ ਮਾਂ ਨੇ ਵੇਖ ਲਿਆ, ਸ਼ੁਕਰ ਹੈ ਮੰਗਣ ਵਾਲਾ ਬਚ ਗਿਆ। ਸਤਿਨਾਮ। ਇਸ ਚੀਜ਼ ਦਾ ਸ਼ੁਕਰ ਕਰਦੇ ਫਿਰਦੇ ਆ, ਆਪਣਾ ਕੋਈ ਪਰਵਾਹ ਨਹੀਂ ਵੇਖੀ ਜਾਊਗੀ। ਥੋੜੇ ਜਿਹੇ ਡਰੇ ਹੋਏ ਆ ਵੀ ਚੱਲ ਸ਼ੁਕਰ ਹੈ ਮਾਂ ਨੇ ਭਾਂਡਾ ਨਹੀਂ ਖੋਇਆ, ਉਹਨੂੰ ਬੇਇੱਜ਼ਤ ਨਹੀਂ ਕੀਤਾ। ਜਿਸ ਮੰਗਣ ਵਾਲੇ ਨੂੰ ਦੇ ਕੇ ਆਏ ਉਹ ਤੇ ਟਾਈਮ ਨਾਲ ਲੰਘ ਗਿਆ। ਹੁਣ ਮੁਸੀਬਤ ਸਾਰੀ ਇੱਧਰ ਪੈ ਗਈ। ਮਾਤਾ ਨੇ ਲੱਕੜ ਚੁੱਕੀ, ਕਹਿੰਦੇ ਪੁੱਤ ਭੱਜ, ਹੁਣ ਕਿੱਥੇ ਭੱਜੇ, ਤੇਰਾ ਰੋਜ਼ ਦਾ ਕੰਮ ਹੋ ਗਿਆ। ਬੂਝਨ ਲੱਗੀ ਕਹਾਂ ਤੈ ਗਿਰਾ ਅਬ ਤੋ ਕਰਮ ਭਈ ਨਾ ਦੇਰ। ਹੁਣ ਮਾਤਾ ਨੇ ਵੇਖਿਆ ਸਾਰਾ ਕੁਝ ਹੋਇਆ। ਅਕਸਰ ਮਾਪੇ ਬੱਚਿਆਂ ਨੂੰ ਉਹੀ ਕੁਝ ਪੁੱਛਦੇ ਹੁੰਦੇ ਆ ਜੋ ਉਹਨਾਂ ਨੂੰ ਪਤਾ ਹੁੰਦਾ ਹੈ। ਧਿਆਨ ਰੱਖਿਓ, ਜਿੱਦਣ ਮਾਂ ਕੋਈ ਗੱਲ ਪੁੱਛੇ ਨਾ ਵੀ ਬਹੁਤਾ ਇੱਦਾਂ ਕਿੱਦਾਂ ਕਰੀਏ, ਬਾਪੂ ਪੁੱਛੇ ਬੇਟੇ ਇੱਦਾਂ ਕਿੱਦਾਂ ਕਰੀਏ, ਮਤਲਬ ਉਹਨੂੰ ਕੁਛ ਨਾ ਕੁਛ ਪਤਾ ਹੈ। ਜੇ ਉਹ ਜਾਣਦਾ ਗੱਲ ਤਾਂ ਹੀ ਪੁੱਛਦਾ ਵੀ ਇਹ ਹੁਣ ਕੀ ਬੋਲਦਾ ਹੈ। ਪਤਾ ਉਹਨੂੰ ਇਹ ਨੁਕਸਾਨ ਕਰਕੇ ਆਇਆ, ਇਹ ਲੜ ਭਿੜ ਕੇ ਆਇਆ, ਕੁੱਟ ਕੇ ਆਇਆ ਜਾਂ ਕੁੱਟ ਖਾ ਕੇ ਆਇਆ। ਸੁਭਾਵਿਕ ਪੁੱਛਦੇ ਬੇਟੇ ਇਹ ਨਿਸ਼ਾਨ ਜੇ ਕਾਹਦੇ ਪਏ ਹੋਏ ਆ, ਕੀ ਗੱਲ ਹੋ ਗਈ ਸੀ? ਉਹ ਬਸ ਪਾਪਾ ਲੜਾਈ ਜਿਹੀ ਹੋ ਗਈ ਸੀ, ਕਿਸੇ ਦੀ ਛਡਾਉਣ ਗਿਆ ਸੀ। ਨਹੀਂ ਛਡਾਉਣ ਨਹੀਂ ਗਿਆ, ਤੈਨੂੰ ਲੋਕਾਂ ਨੇ ਛਡਾਇਆ। ਪਤਾ ਹੁੰਦਾ ਸਾਰਾ ਕੁਛ। ਮਾਤਾ ਵੇਖਿਆ ਸਾਰਾ ਕੁਛ, ਭੱਜ ਕੇ ਪਿੱਛੇ ਆਏ ਆ। ਕਹਿੰਦੇ ਭਾਂਡਾ ਕਿੱਥੇ ਲੈ ਕੇ ਗਿਆ ਸੀ? ਗੁਰੂ ਸਾਹਿਬ ਦੀ ਬੋਲੀ। ਮਾਤਾ ਮਾਰਨ ਲੱਗੀ, ਮਹਾਰਾਜ ਨੇ ਦੋਨੇ ਹੱਥ ਅੱਗੇ ਕਰ ਲਏ। ਮਾਤਾ ਜੀ ਨੇ ਹਲਕਾ ਜਿਹਾ ਹੱਥ ਤੇ ਮਾਰਤਾ। ਕਹਿੰਦੇ ਜਦ ਗਿਆ ਸੀ ਉਦੋਂ ਤੇ ਬਰਤਨ ਲੈ ਕੇ ਗਿਆ ਸੀ, ਖਾਲੀ ਹੱਥ ਕਿੱਥੋਂ ਆ ਗਈ? ਦੱਸ ਮੈਨੂੰ, ਚੱਲ ਮੇਰੇ ਨਾਲ, ਕਿਹਨੂੰ ਦੇ ਕੇ ਆਇਆ ਏ? ਮੁਖ ਤੇ ਕਹੇ ਨਾ ਉਤਰ ਕੋ ਭਏ ਦੂਸ਼ਣੀ ਗਤ ਦਾ ਜੋ। ਕਹਿੰਦੇ ਮਾਤਾ ਨੇ ਹਲਕੀ ਜੀ ਸੋਟੀ ਹੱਥ ਤੇ ਮਾਰੀ ਤੇ ਛੋਟੇ ਛੋਟੇ ਹੱਥ ਬਾਰ-ਬਾਰ ਹਿਲਾਉਂਦੇ ਆ ਵੀ ਹੋਰ ਨਾ ਮਾਰੇ ਮਾਂ। ਉਹਨਾਂ ਇੱਕ ਵਾਰ ਵੀ ਮਿੰਨਤਾਂ ਨਹੀਂ ਕੀਤੀਆਂ, ਮਾਂ ਨਾ ਮਾਰ। ਇਹ ਵੀ ਨਹੀਂ ਕਿਹਾ ਮੈਂ ਅੱਗੋਂ ਦੀ ਨਹੀਂ ਕਰਦਾ। ਵੇਖੋ ਚੁੱਪ ਸ਼ਾਂਤ, ਡਰੇ ਹੋਏ ਆ, ਪਿੱਛੇ ਪਿੱਛੇ ਹੋਈ ਜਾਂਦੇ ਆ। ਤੇ ਮਾਂ ਕਹਿੰਦੀ ਪੁੱਤ ਦੱਸੇਗਾ ਕਿ ਨਹੀਂ? ਹੋਰ ਮਾਰ, ਇਹ ਦੱਸ ਭਾਂਡਾ ਕਿੱਥੇ ਆ, ਨਾਲੇ ਤੇਰਾ ਤੇ ਰੋਜ਼ ਦਾ ਕੰਮ ਹੋ ਗਿਆ। ਲਾਂਭੇ ਸੁਣ ਸੁਣ ਦੁਖੀ ਹੋ ਗਈਆਂ। ਜੋ ਵੇਖਦਾ ਚੱਲ ਬਾਹਰ, ਜੋ ਦੇਖਦਾ ਚੱਲ ਦਾਨ। ਇਹ ਕਿਹੜਾ ਦਾਨ ਹੋਇਆ? ਕਹਿੰਦੀ ਉਹ ਗਤ ਮੁਕਤੀ ਦੇ ਦਾਤੇ ਮਾਲਕ ਗੁਰੂ ਨਾਨਕ ਸਾਹਿਬ। ਨਾ ਰੋਏ ਨਾ ਹੱਸੇ। ਕਈ ਵਾਰ ਢੀਠ ਬੱਚੇ ਹੁੰਦੇ, ਮਾਂ ਮਾਰੇ ਦੇ ਦੰਦ ਕੱਢੀ ਜਾਂਦੇ, ਤੇ ਕਈ ਉਦਾਂ ਹੀ ਰੋਣ ਲੱਗ ਪੈਂਦੇ। ਦੂਰੋਂ ਵੇਖ ਕੇ ਮਹੱਲਾ ਵੀ ਹੁਣ ਫਲਾਣਾ ਬਚਾ ਲੂਗਾ। ਮਾਂ ਝਿੜਕੇ ਤੇ ਬਾਪੂ ਕੋਲ ਰੋਣਾ, ਬਾਪੂ ਝਿੜਕੇ ਬੇਬੇ ਕੋਲ ਰੋਣਾ ਜਾ ਕੇ। ਇਹ ਧੰਦੜੇ ਹੁੰਦੇ ਆ। ਪਰ ਗੁਰੂ ਸਾਹਿਬ ਐਸੇ ਨਹੀਂ ਸੀ। ਕਿਤੇ ਜਿਸ ਵੇਲੇ ਮਾਤਾ ਨੇ ਹਲਕੀ ਜੀ ਸੋਟੀ ਮਾਰ ਦਿੱਤੀ, ਇਕੱਠੇ ਜਿਹੇ ਹੋ ਕੇ ਖੜ ਗਏ, ਅੱਖਾਂ ਨੀਵੀਆਂ ਕਰ ਲਈਆਂ। ਮਾਂ ਬਾਰ-ਬਾਰ ਪੁੱਛਦੀ, ਦੱਸ ਪਹਿਲਾਂ ਕਿਹਨੂੰ ਦੇ ਕੇ ਆਇਆ ਭਾਂਡਾ? ਲੈ ਕੇ ਕਿੱਥੇ ਗਿਆ ਸੀ? ਤੈਨੂੰ ਕਿਹਨੇ ਸਿਖਾਏ ਇਹ ਕੰਮ?
ਉਹ ਅੱਗੋਂ ਕੁਝ ਵੀ ਬੋਲਦੇ ਨਹੀਂ। ਘਰ ਮਹਿ ਲੱਕੜੀ ਤਬ ਮਾਤਾ ਡਰ ਪਾਵਨ ਲਾਗੀ ਨਿਜ ਤਾਤਾ। ਕਵੀ ਕਹਿੰਦੇ ਮਾਤਾ ਨੇ ਲੱਕੜ ਚੁੱਕੀ ਸੀ ਪੁੱਤ ਨੂੰ ਸਿਰਫ ਡਰਾਉਣ ਵਾਸਤੇ, ਪਰ ਕੋਈ ਪਤਾ ਨਹੀਂ ਚੰਡੀ ਦਾ ਰੂਪ ਕਦੋਂ ਆ ਜੇ। ਸੁਭਾਵਕ ਹੁੰਦਾ ਕਈ ਵਾਰ ਮਾਂ ਬਾਪ ਚੁੱਕ ਲੈਂਦੇ ਚੀਜ਼ ਡਰਾਉਣ ਵਾਸਤੇ, ਉਹ ਵੱਜ ਬੁੱਝ ਜਾਂਦੀ ਹੁੰਦੀ ਗੁੱਸੇ ਨਾਲ। ਮਾਤਾ ਜੀ ਨੇ ਸਿਰਫ ਡਰਾਉਣਾ ਹੀ ਸੀ ਆਪਣੇ ਬੱਚੇ ਨੂੰ, ਪਰ ਸੁਭਾਵਕ ਹੱਥ ਤੇ ਵੱਜ ਗਈ। ਕਹਿੰਦੇ ਕੋਈ ਨਹੀਂ, ਵੱਜ ਗਈ, ਅੱਗੋਂ ਸਮਝ ਆ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫੇਰ ਅੱਗੇ ਹੱਥ ਕੀਤਾ, ਮਾਤਾ ਨੇ ਫੇਰ ਸੋਟੀ ਮਾਰਤੀ ਹਲਕੀ ਜੀ। ਕਹਿੰਦੇ ਦੂਜਾ ਹੱਥ ਵੀ ਕਰਦੇ ਆ, ਪਰ ਬੋਲੇ ਨਹੀਂ। ਭੱਜ ਲਏ ਅੱਗੇ ਅੱਗੇ, ਵਿਹੜੇ 'ਚ ਕਦੇ ਇਸ ਪਾਸੇ ਕਦੇ ਉਸ ਪਾਸੇ, ਕਦੇ ਇੱਧਰ ਨੂੰ ਜਾਂਦੇ ਕਦੇ ਉੱਧਰ ਨੂੰ ਜਾਂਦੇ। ਮਾਂ ਤ੍ਰਿਪਤਾ ਥੋੜੇ ਜਿਹੇ ਗੁੱਸੇ ਦੇ ਤੇਵਰ ਦੇ ਵਿੱਚ ਸੋਟੀ ਲੈ ਕੇ ਵਿਹੜੇ ਵਿੱਚ ਪਿੱਛੇ ਪਿੱਛੇ ਫਿਰਦੇ ਨੇ। ਦੋਹਰਾ ਮ੍ਰਿਗ ਅਰਬ ਗਸੇ ਚਕਿਤ ਚਖ ਕਰੇ ਨੀਚ ਡਰ ਮਾਤ। ਤੇ ਮਾਤਾ ਕਹਿੰਦੀ ਪੁੱਤ ਜੇ ਭੱਜਿਆ ਵਿਹੜੇ ਤੋਂ ਬਾਹਰ ਵੇਖ ਲਾ ਵੱਧ ਪੈਣਗੀ, ਖੜ ਜਾ ਇੱਥੇ। ਜਦੋਂ ਮਾਂ ਨੇ ਧਮਕੀ ਦਿੱਤੀ, ਝਿੜਕਿਆ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਵਿਹੜੇ ਦੇ ਵਿੱਚ ਵਿਚਕਾਰ ਖੜ ਗਏ, ਅੱਖਾਂ ਨੀਵੀਆਂ। ਜਿਵੇਂ ਹਿਰਨੀ ਦਾ ਬੱਚਾ ਮਾਸੂਮ ਜਿਹਾ ਹੁੰਦਾ ਨਾ, ਤਾਂ ਛੋਟਾ ਜਿਹਾ ਬੱਚਾ ਕਿਸੇ ਜੀਵ ਦਾ ਉਹ ਵੇਖਦਾ ਬੜੀ ਮਾਸੂਮੀਅਤ ਨਾਲ। ਗੁਰੂ ਸਾਹਿਬ ਨਾਲ ਹੇਠਾਂ ਹੀ ਵੇਖੀ ਜਾਂਦੀ, ਉਹ ਮਾਂ ਵੱਲ ਨਹੀਂ ਵੇਖਦੇ। ਮਾਂ ਗੁੱਸੇ ਤੇ ਬਹੁਤ, ਮਤਲਬ ਸਮਰਪਿਤ ਕਰਤਾ ਆਪਣਾ ਆਪ ਵੀ। ਮਾਂ ਭਾਵੇਂ ਸੋਟੀਆਂ ਮਾਰ, ਭਾਵੇਂ ਰੱਖ, ਮੈਂ ਨਹੀਂ ਕੁਛ ਕਹਿਣਾ। ਸਮਰਪਿਤ ਹੋ ਗਈ। ਠੀਕ ਹੈ, ਬੇਸ਼ੱਕ ਇਹ ਗਲਤੀ ਨਹੀਂ ਹੈ, ਗੁਰੂ ਸਾਹਿਬ ਗਲਤੀ ਥੋੜਾ ਕਰਦੇ ਆ ਜੀ, ਪਰ ਸਮਾਜ ਨੂੰ ਲੱਗਦਾ ਹੈ, ਮਾਂ ਬਾਪ ਨੂੰ ਲੱਗਦਾ ਹੈ ਗਲਤੀ, ਤੇ ਫਿਰ ਮੰਨਣ 'ਚ ਕੀ ਹਰਜ ਹੈ। ਬੜੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜੀ, ਮੈਨੂੰ ਮੇਰੇ ਨੇਚਰ ਵਾਈਜ਼ ਲੱਗਦਾ ਵੀ ਮੈਂ ਇਹ ਕੰਮ ਜੋ ਕੀਤਾ ਸਹੀ ਕੀਤਾ, ਪਰ ਮੇਰੇ ਮਾਂ ਬਾਪ ਕਹਿੰਦੇ ਪੁੱਤ ਠੀਕ ਨਹੀਂ ਹੈ, ਗਲਤ ਹੈ, ਤੇਰਾ ਫੈਸਲਾ ਠੀਕ ਨਹੀਂ ਹੈ। ਪਰ ਉਦੋਂ ਨਹੀਂ ਪਤਾ ਲੱਗਦਾ, ਵਕਤ ਲੰਘਿਆ ਪਤਾ ਲੱਗਦਾ, 5-7 ਸਾਲਾਂ ਬਾਅਦ ਪਤਾ ਲੱਗਦਾ ਵੀ ਉਹ ਸਹੀ ਕਹਿੰਦੇ ਸੀ ਯਾਰ, ਮੈਂ ਗਲਤ ਸੀ। ਕਿਤੇ ਇਨਵੈਸਟਮੈਂਟ ਕਰ ਲਿਆ, ਕਿਤੇ ਕੋਈ ਸਮਾਜਿਕ ਰਿਸ਼ਤਾ ਸੀ, ਅਸੀਂ ਨਹੀਂ ਮੰਨੀ ਕਿਸੇ। ਸਾਨੂੰ ਲੱਗਦਾ ਸੀ ਮੈਂ ਜੋ ਕਰਦਾ ਸਹੀ ਕਰਦਾ, ਮੈਂ ਬਿਲਕੁਲ ਸਹੀ ਹਾਂ, ਪਰ ਸਮਾਜ ਕਈ ਵਾਰ ਉਹਨਾਂ ਚੀਜ਼ਾਂ ਨੂੰ ਐਕਸੈਪਟ ਨਹੀਂ ਕਰਦਾ, ਉਹਨਾਂ ਨੂੰ ਲੱਗਦਾ ਠੀਕ ਨਹੀਂ ਕਰਦਾ। ਤੇ ਗੁਰੂ ਸਾਹਿਬ ਸੋਚ ਰਹੇ ਆ ਵੀ ਆਪਣੇ ਵੱਲੋਂ ਤੇ ਸਹੀ ਕੀਤਾ, ਪਰ ਜੇ ਉਹਨਾਂ ਦੇ ਵਿਊ ਤੋਂ ਵੇਖਿਆ ਜਾਏ ਸਹੀ ਨਹੀਂ ਹੈ। ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਹਰ ਤਸਵੀਰ ਦੇ ਦੋ ਐਂਗਲ ਹੁੰਦੇ ਆ, ਹਰ ਬੰਦੇ ਦੇ ਦੋ ਫੇਸ ਹੁੰਦੇ ਆ। ਕੁਛ ਵੀ ਹੋ, ਇੱਕ ਮਨੁੱਖ ਬੜਾ ਸ਼ਰੀਫ ਹੈ, ਪਰ ਕਦੇ ਉਹਦੀ ਚਲਾਕੀਆਂ ਵੀ ਵੇਖ ਲਿਓ। ਇੱਕ ਬੰਦਾ ਬੜਾ ਚਲਾਕ ਹੈ, ਲੋਕੀ ਉਹਨੂੰ ਮਾੜਾ ਕਹਿੰਦੇ ਆ, ਪਰ ਕਦੇ ਨੇੜੇ ਹੋ ਕੇ ਵੇਖਿਓ ਉਹਦੇ ਵਿੱਚ ਚੰਗੇ ਗੁਣ ਕਿੰਨੇ ਨੇ। ਉਹ ਨਹੀਂ ਉਹਨੇ ਵਿਖਾਏ, ਕਦੇ ਮਾੜਾ ਹੀ ਦੱਸਦੇ ਆ। ਕਿਉਂ? ਤੁਹਾਡਾ ਨਜ਼ਰੀਆ ਹੈ, ਤੁਸੀਂ ਕਿਸ ਪੁਆਇੰਟ ਆਫ ਵਿਊ ਤੋਂ ਵੇਖ ਰਹੇ ਹੋ, ਕਿਸ ਐਂਗਲ ਤੋਂ ਵੇਖ ਰਹੇ ਹੋ। ਹੁਣ ਮਾਂ ਕਹਿੰਦੀ ਪੁੱਤ ਇਹ ਮਾੜਾ ਕੰਮ ਹੈ, ਭਾਂਡਾ ਚੁੱਕਿਆ ਬਾਹਰ ਸੁੱਟਿਆ, ਪਤਾ ਕਿੰਨੇ ਮਹਿੰਗੇ ਹੁੰਦੇ ਆ। ਉਹ ਤੇ ਆਪਣੇ ਹਿਸਾਬ ਨਾਲ ਸੋਚਦੇ ਆ ਵੀ ਰੋਜ਼ ਰੋਜ਼ ਕਿਹੜਾ ਬਾਜ਼ਾਰ ਜਾਏ ਭਾਂਡੇ ਖਰੀਦ ਕੇ ਲੈ ਕੇ ਆਏ। ਜਿਹੜਾ ਖਰੀਦਦਾ ਉਹਨੂੰ ਪੁੱਛੋ ਤੇ ਸਹੀ, ਤੇ ਚੁੱਕ ਕੇ ਸੁੱਟਣ ਵਾਲੇ ਨੂੰ ਤੇ ਲੱਗਦਾ ਮੈਂ ਦਾਨ ਕਰਤਾ, ਕੋਈ ਗੱਲ ਨਹੀਂ। ਮਹਾਰਾਜ ਆਪਣੀ ਥਾਂ ਤੇ ਠੀਕ ਨੇ, ਮਾਤਾ ਤ੍ਰਿਪਤਾ ਜੀ ਆਪਣੀ ਥਾਂ ਤੇ ਠੀਕ ਨੇ। ਦੋਨਾਂ ਚੋਂ ਇੱਕ ਵੀ ਗਲਤ ਨਹੀਂ ਹੈ। ਜ਼ਰੂਰੀ ਨਹੀਂ ਹੁੰਦਾ ਵੀ ਹਰ ਵੇਲੇ ਹਰ ਕੋਈ ਗਲਤ ਹੋਵੇ। ਬਹੁਤ ਕੁਝ ਐਸਾ ਹੁੰਦਾ ਹੈ, ਕੋਰਟ ਕਚਹਿਰੀਆਂ ਵਿੱਚ ਵੀ ਕਈ ਵਾਰ ਦੋਨੇ ਧਿਰਾਂ ਸੱਚੀਆਂ ਹੁੰਦੀਆਂ ਨੇ। ਉਹ ਕਹਿੰਦਾ ਜੀ ਇਸੇ ਨੇ ਸਾਰਾ ਕੁਝ ਕੀਤਾ ਹੈ, ਦੂਜਾ ਕਹਿੰਦਾ ਯਾਰ ਮੈਂ ਨਹੀਂ ਕੀਤਾ। ਜੱਜ ਨੂੰ ਵੀ ਫੈਸਲਾ ਕਰਨਾ ਔਖਾ ਹੋ ਜਾਂਦਾ। ਫਿਰ ਫਰਕ ਕੀ ਹੈ? ਅਸਲ ਵਿੱਚ ਹੁੰਦੇ ਦੋਨੇ ਹੀ ਸੱਚੇ ਆ। ਕਈ ਵਾਰ ਵਕਤ ਦੀ ਹੇਰ ਫੇਰ ਹੋ ਜਾਂਦੀ ਹੈ, ਭੁਲੇਖਾ ਲੱਗ ਜਾਂਦਾ ਹੈ। ਉਹ ਆਪਣੇ ਹਿਸਾਬ ਨਾਲ ਸੋਚਦੇ ਹੁੰਦੇ, ਉਹ ਆਪਣੇ ਹਿਸਾਬ ਨਾਲ ਸੋਚਦੇ। ਜ਼ਰੂਰੀ ਥੋੜਾ ਮੈਂ ਤੁਹਾਡੇ ਵਾਂਗੂ ਸੋਚਾਂ, ਤੁਸੀਂ ਮੇਰੇ ਵਾਂਗ ਸੋਚੋ। ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਲੱਗਦਾ ਅਸੀਂ ਦਾਨ ਕੀਤਾ, ਲੋੜਵੰਦਾਂ ਦੀ ਸਹਾਇਤਾ ਕੀਤੀ, ਚੁੱਕ ਚੁੱਕ ਸਮਾਨ ਸੁੱਟਦੇ ਆ, ਪਰ ਮਾਂ ਗੁੱਸੇ 'ਚ ਹੈ ਕਿਉਂਕਿ ਰੋਜ਼ ਪਿਤਾ ਜੀ ਘਰੇ ਆ ਕੇ ਬੋਲਦੇ ਆ, ਕਹਿੰਦੇ ਆ ਜਿਹੜੀ ਚੀਜ਼ ਲੱਭ ਲਓ ਹੁੰਦੀ ਨਹੀਂ ਇੱਥੇ, ਜੋ ਲੱਭ ਲਓ ਮਿਲਦਾ ਨਹੀਂ, ਇਹਦਾ ਰੋਜ਼ ਦਾ ਕੰਮ ਹੋ ਗਿਆ, ਇਹਨੂੰ ਸਮਝਾ ਲਾ। ਨਹੀਂ ਮੈਂ ਸਮਝਾ ਦੇਣਾ। ਤੇ ਮਾਤਾ ਜੀ ਤੇ ਇਸ ਗੱਲ ਤੋਂ ਗੁੱਸੇ ਸੀ ਵੀ ਮੇਰਾ ਪਤੀ ਰੋਜ਼ ਆ ਕੇ ਬੋਲਦਾ, ਰੋਜ਼ ਉਹ ਅੱਗੋਂ ਪਿੱਛੋਂ ਕਹਿੰਦਾ ਤੂੰ ਇਹਨੂੰ ਸਿਰ ਚੜਾਇਆ ਹੋਇਆ ਹੈ, ਨਾਨਕ ਨਾਨਕ ਕਰਕੇ ਇੰਨਾ ਲਾਡ ਲਡਾਉਣੀ ਹੈ, ਤੇਰਾ ਪੁੱਤ ਵਿਗੜ ਗਿਆ। ਅਕਸਰ ਮਰਦਾਂ ਦੇ ਵਿੱਚ ਇਹ ਕਮਜ਼ੋਰੀ ਹੈ। ਬੱਚਾ ਕੋਈ ਗਲਤੀ ਕਰੇ ਕਹਿਣਗੇ ਵੇਖ ਲੈ ਤੇਰਾ ਲਾਡਲਾ ਕਿਹੋ ਜਿਹਾ ਕੰਮ ਕਰਦਾ। ਜੇ ਕੋਈ ਚੰਗਾ ਕੰਮ ਜਿੱਦਣ ਪੇਪਰ 'ਚ ਨੰਬਰ ਲੈ ਕੇ ਆ ਗਿਆ ਕਹਿੰਦੇ ਲੈ ਪੁੱਤ ਕਿਹਦਾ। ਫਿਰ ਇਹ ਹੈ ਨਾ ਸੋਚ ਬੰਦੇ ਦੀ।
ਵੀ ਜੇ ਤੇ ਬੱਚੇ ਚੰਗਾ ਕੰਮ ਕਰਦੇ ਆ ਤੇ ਮੇਰਾ ਪੁੱਤ ਸ਼ਾਬਾਸ਼, ਜੇ ਉਹ ਮਾੜਾ ਕੰਮ ਸਿੱਖਦਾ ਹੈ ਤੇ ਫਿਰ ਬੇਟਾ ਮਾਂ ਦਾ। ਜਾ ਪੁੱਤ, ਤੇਰੀ ਮੰਮੀ ਕੋਲ ਤੈਨੂੰ ਆਹੀ ਸਿੱਖਣ ਨੂੰ, ਉਹ ਨਿਆਣਿਆਂ ਨੂੰ ਝਿੜਕੀ ਜਾਊ। ਫਿਰ ਇਹ ਸੋਚ ਮਾੜੀ ਹੈ। ਅਸਲ ਵਿੱਚ ਸਾਡੇ ਸਮਾਜ ਦੀ ਇਹ ਪੱਛੜੀ ਸੋਚ ਹੈ। ਮਾਂ-ਬਾਪ ਦੋਨੋਂ ਹੀ ਬੱਚੇ ਦੀ ਪਰਵਰਿਸ਼ ਲਈ ਬਰਾਬਰ ਦੇ ਜ਼ਿੰਮੇਦਾਰ ਹੁੰਦੇ ਆ। ਤੇ ਪਿਤਾ ਰੋਜ਼ ਬੋਲ ਜਾ ਕਰੇ ਆਉਂਦਾ ਜਾਂਦਾ ਪਟਵਾਰ ਖਾਨੇ, ਸਮਝਾ ਲਾ ਇਹਨੂੰ, ਰੋਜ਼ ਦਾ ਕੰਮ ਹੋ ਗਿਆ। ਲੋਕ ਵੀ ਮੈਨੂੰ ਕਹਿੰਦੇ ਵਾਹ ਬਈ ਤੇਰੇ ਘਰ ਦਾਨੀ ਜੰਮੇ ਆ। ਹੁਣ ਲੋਕੀ ਤਾਂ ਸਿਫਤ ਕਰਦੇ ਆ, ਪਿਤਾ ਨੂੰ ਜੁਬਦੀ ਆ ਉਹ। ਕਿਉਂ? ਵੀ ਲੋਕ ਮੈਨੂੰ ਕਹਿੰਦੇ ਆ ਤੂੰ ਸੂਮ ਬੜਾ ਤੇ ਤੇਰਾ ਪੁੱਤ ਵੰਡੀ ਜਾਂਦਾ। ਇਹ ਵੀ ਗੁੱਸਾ ਹੁੰਦਾ ਨਾ ਫਿਰ ਸੁਣ ਕੇ, ਵੀ ਪਟਵਾਰੀਆ ਤੂੰ ਤੇ ਕਿਸੇ ਨੂੰ ਮਰੀ ਚੂ ਨਾ ਦਵੇਂ, ਪੁੱਤ ਤੇਰਾ ਭਾਂਡੇ ਦੇ ਆਉਂਦਾ। ਇਹ ਚੁੱਭਦੀਆਂ ਨੇ ਗੱਲਾਂ ਸ਼ਰੀਕੇ ਦੀਆਂ। ਤੇ ਮਾਤਾ ਤ੍ਰਿਪਤਾ ਜੀ ਅੱਜ ਲੈ ਕੇ ਸੋਟੀ ਗੁਰੂ ਨਾਨਕ ਸਾਹਿਬ ਨੂੰ ਝਿੜਕ ਰਹੇ ਆ, ਕਹਿੰਦੇ ਪੁੱਤਰਾ ਅੱਜ ਤੈਨੂੰ ਬਖਸ਼ਦੀ ਨਹੀਂ। ਸਜਲ ਭਈ ਚਖ ਦੋ ਮਨੋ, ਸੋਰਤ ਸ੍ਰਿਤਾ ਗਾਤ। ਜਿਸ ਵੇਲੇ ਮਾਤਾ ਨੇ ਡਾਂਟ ਦਿੱਤਾ ਨਾ ਗੁਰੂ ਸਾਹਿਬ ਨੂੰ, ਝਿੜਕਿਆ ਜ਼ੋਰ ਦੀ, ਕਹਿੰਦੇ ਅੱਖਾਂ ਚੋਂ ਤਿਪ ਤਿਪ ਹੰਝੂ, ਬੋਲੇ ਨੇ, ਕੁਛ ਵੀ ਨਹੀਂ ਕਿਹਾ, ਉਸੇ ਥਾਂ ਤੇ ਖੜੇ ਸਮਰਪਿਤ ਕਰਤਾ। ਮਾਂ ਭਾਵੇਂ ਸੋਟੀਆਂ ਮਾਰ, ਭਾਵੇਂ ਮਾਰ ਡਾਂਗਾਂ, ਮੈਂ ਇਹ ਕੀਤਾ ਸਹੀ ਕੀਤਾ, ਰੱਬ ਦੀ ਨਜ਼ਰ ਵਿੱਚ ਕੀਤਾ ਏ। ਹੋ ਸਕਦਾ ਤੈਨੂੰ ਇਹ ਪਸੰਦ ਨਾ ਹੋਵੇ, ਪਰ ਹੋਣਾ ਏਦਾਂ ਹੀ ਆ, ਨਾਮ ਹੰਝੂ ਕੇ। ਤੇ ਜਦੋਂ ਕਹਿੰਦੇ ਗੁਰੂ ਸਾਹਿਬ ਦੇ ਨੇਤਰਾਂ 'ਚ ਹੰਝੂ ਵੇਖੇ, ਮਾਂ ਦਾ ਦਿਲ ਪਿਘਲ ਗਿਆ। ਮਾਂ ਤੇ ਮਮਤਾ ਦੀ ਹੁੰਦੀ। ਪੁੱਤ ਲੱਖ ਗੁਨਾਹ ਕਰਕੇ ਆਇਆ ਹੋਵੇ ਨਾ, ਚੋਰੀ ਵੀ ਕਰਕੇ, ਜੇਲ੍ਹ ਚੋਂ ਰਿਹਾ ਹੋ ਕੇ ਵੀ ਆਵੇ, ਮਾਂ ਉਦੋਂ ਵੀ ਮੱਥਾ ਚੁੰਮਦੀ, ਪਤਾ ਨਹੀਂ ਕਿਹੜਾ ਜੰਗ ਜਿੱਤ ਗਿਆ ਹੈਗਾ। ਇਹ ਮਾਂ ਦੀ ਕਮਜ਼ੋਰੀ ਹੁੰਦੀ ਹੈ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਪਰਿਵਾਰ ਨੂੰ ਵੇਖੋਗੇ ਨਾ, ਮਾਤਾ ਤ੍ਰਿਪਤਾ ਜੀ ਪਹਿਲਾਂ ਕਰਦੇ ਰਹੇ। ਜਿੱਦਣ ਪੂਰੀ ਸਮਝ ਆ ਗਈ ਨਾ ਉਹਨਾਂ ਨੂੰ ਵੀ ਮੇਰਾ ਪੁੱਤ ਨਿਰੰਕਾਰ ਹੈ, ਪਰਮੇਸ਼ਰ ਹੈ, ਤੇ ਮੈਂ ਮੋਹ ਮਾਇਆ ਦਾ ਜਾਲ ਨਹੀਂ ਪਾਉਣਾ, ਤੇ ਕਦੇ ਨਹੀਂ ਪਾਇਆ। ਕਦੇ ਜੀਵਨ ਪੜੋ ਮਾਤਾ ਗੁਜਰ ਕੌਰ ਜੀ ਦਾ। ਗੁਰੂ ਗੋਬਿੰਦ ਸਿੰਘ ਸਾਹਿਬ ਲਾਡਲੇ ਪੁੱਤਰ ਸੀ। ਮਾਂ ਨੇ ਕਦੇ ਮੋਹ ਨਹੀਂ ਕੀਤਾ, ਪ੍ਰੇਮ ਕਰਦੇ ਸੀ, ਸਿਰਫ ਪਿਆਰ। ਸਾਰਾ ਸਿੱਖ ਇਤਿਹਾਸ ਪੜ੍ਹ ਕੇ, ਗੁਰ ਇਤਿਹਾਸ ਵੇਖੋ, ਇਹੀ ਮਿਲਦਾ। ਜਦ ਅੱਖਾਂ 'ਚੋਂ ਹੰਝੂ ਆ ਗਏ, ਮਾਤਾ ਜੀ ਨੇ ਸੋਟੀ ਨੂੰ ਹਲਕਾ ਜਿਹਾ ਕਰ ਲਿਆ ਵੀ ਮਾਰਨਾ ਨਹੀਂ ਹੈ, ਸਿਰਫ ਡਰਾਉਣਾ ਹੀ ਹੈ। ਸੋ ਪਈ ਲਾਲੂ ਪਿਤ ਬੰਦ ਤਬ ਆਇਓ, ਕਰਨਾ ਰਸਮੇ ਹੋ ਛੁਟਕਾਇਓ। ਜਿਸ ਵੇਲੇ ਮਾਤਾ ਨੇ ਵੇਖਿਆ ਵੀ ਅੱਖਾਂ 'ਚੋਂ ਹੰਝੂ ਆਉਂਦੇ, ਥੋੜਾ ਜਿਹਾ ਹੋਰ ਦਾਬਾ ਮਾਰੀਏ, ਦਾਬਾ ਲੱਗੇ ਮਾਰਨ, ਸਹਿਜ ਸੁਭਾਅ ਕਹਿੰਦੇ ਦਰਵਾਜ਼ੇ ਵਿੱਚ ਆਉਂਦੇ ਨੇ ਚਾਚਾ ਲਾਲ ਚੰਦ ਲਾਲੂ ਜੀ। ਜਦੋਂ ਉਹਨਾਂ ਵੇਖਿਆ ਨਾ ਵੀ ਮਾਮਲਾ ਤੇ ਬੜਾ ਗੰਭੀਰ ਹੋਇਆ ਪਿਆ ਹੈ, ਸੋਟੀ ਤਾਂ ਹੱਥ 'ਚ ਆ ਗਈ ਹੈ, ਜ਼ਰੂਰ ਪੁੱਤ ਨੇ ਕੋਈ ਗਲਤੀ ਕੀਤੀ ਹੋ, ਗੁਨਾਹ ਕੀਤਾ ਹੋਣਾ। ਕੋਲ ਆਏ, ਨਾਨਕ ਨੂੰ ਕੋਲੇ ਲੈ ਕੇ ਨਾ ਸਿਰ ਤੇ ਹੱਥ ਰੱਖ ਕੇ ਕਹਿੰਦੇ ਨਾ ਭਾਈ ਮਾਰਨਾ ਹੀ, ਇਹ ਕੋਈ ਮਾਰ ਖਾਣ ਵਾਲਾ। ਕਹਿੰਦੇ ਜਦੋਂ ਚਾਚਾ ਜੀ ਨੇ ਇੰਨੇ ਕੁ ਸ਼ਬਦ ਆਖੇ ਨਾ, ਗੁਰੂ ਸਾਹਿਬ ਨੇ ਘੁੱਟ ਕੇ ਚੱਪੀ ਲੱਤਾਂ ਨੂੰ ਚਿੰਬੜ ਲਿਆ। ਹੁਣ ਚਾਚਾ ਜੀ ਜਾਣਦੇ ਸੀ ਕੌਣ ਨੇ। ਤੇ ਉਸ ਵੇਲੇ ਮਾਤਾ ਤ੍ਰਿਪਤਾ ਜੀ ਇੱਕ ਪਾਸੇ ਹੋ ਗਏ ਸੋਟੀ ਛੱਡ ਕੇ। ਜਦੋਂ ਹੁਣ ਵੱਡੇ ਆ ਗਏ ਆ ਫਿਰ ਥੋੜਾ ਬੋਲਦਾ, ਪਰ ਕਹਿੰਦੇ ਪੁੱਤ ਕਦੋਂ ਤੱਕ ਬਚਾਉਣਗੇ, ਤੇਰਾ ਰੋਜ਼ ਦਾ ਹੀ ਕੰਮ ਹੋ ਗਿਆ। ਚਾਚਾ ਕਦ ਤੱਕ ਬਚਾਊ? ਜਿੱਦਣ ਚਾਚੇ ਦੇ ਭਾਂਡੇ ਸੁੱਟੇਗਾ ਅਕਲ ਇਹਨੂੰ ਵੀ ਉਦਣ ਆਊਗਾ। ਹਜੇ ਤੇ ਸਾਡੇ ਸੁੱਟਦਾ, ਜਿੱਦਣ ਚਾਚੇ ਦੇ ਸੁੱਟ ਕੇ ਆਏਗਾ ਉਦਣ ਵੇਖਾਂਗੇ। ਪਰ ਗੁਰੂ ਸਾਹਿਬ ਸਾਂਝੇ ਸਮਾਨ ਸਾਰਾ ਸੁੱਟੀ ਜਾਂਦੇ ਹੁੰਦੇ ਸੀ। ਪਤਾ ਚਾਚਾ ਜੀ ਨੂੰ ਵੀ ਸੀ ਵੀ ਭਾਂਡੇ ਭੁੰਡੇ ਆਪਣੇ ਵੀ ਕਈ ਨਹੀਂ ਲੱਭਦੇ। ਚੱਲ ਕੋਈ ਨਹੀਂ, ਨਿਆਣਾ ਹੈ, ਬੱਚਾ ਹੈ। ਕੋਲ ਆਏ, ਲਾਡ ਲੜਾਉਂਦੇ ਆ, ਪਰ ਗੁਰੂ ਸਾਹਿਬ ਦੀਆਂ ਅੱਖਾਂ 'ਚੋਂ ਹੰਝੂ ਬੰਦ ਨਹੀਂ ਹੁੰਦੇ। ਚੁੱਪ ਨੇ, ਖਾਮੋਸ਼ ਨੇ, ਹਟਕੋਰੇ ਵੀ ਨਹੀਂ ਲੈਂਦੇ, ਸਿਰਫ ਹੰਝੂ ਆ ਰਹੇ ਆ। ਚਾਚਾ ਜੀ ਕੋਲ ਬਾ ਕੇ ਕਹਿੰਦੇ ਨਾਨਕ ਪੁੱਤ ਕੀ ਹੋਇਆ? ਕਹਿੰਦੇ ਕੁਛ ਨਹੀਂ। ਅੱਜ ਵਾਲਿਆਂ ਨੂੰ ਪੁੱਛ ਕੇ ਵੇਖੋ ਪੁੱਤ ਕੀ ਹੋਇਆ? ਮੰਮਾ ਨੇ ਮਾਰਿਆ। ਉਹਦੀ ਛੜਿਆ ਮੂੰਹ ਬਣਾ ਕੇ। ਤੇ ਜੇ ਪਿਓ ਨੇ ਕੁਛ ਕਹਿਤਾ ਫਿਰ ਮਾਂ ਕੋਲ ਆ ਕੇ ਪਾਪਾ ਮਾਰਦੇ। ਆਹੀ ਕੁਝ ਆ, ਸ਼ਿਕਾਇਤਾਂ ਲਾਉਣੇ ਸਿਖਾਈਆਂ ਹੋਈਆਂ ਜਵਾਕਾਂ ਨੂੰ। ਘਰੇ ਵੀ ਲਾਈ ਜਾਂਦੇ, ਬਾਹਰ ਜਾ ਕੇ ਫਿਰ ਸਕੂਲ ਵਿੱਚ ਵੀ ਫਲਾਣੇ ਨੇ ਪੈਨਸਲ ਖੋਲੀ, ਫਲਾਣੇ ਨੇ ਆਹ ਕਰਤਾ, ਕਾਲਜ ਜਾ ਕੇ ਉੱਥੇ ਡੀਨ ਨਾਲ ਲੜੀ ਜਾਂਦੇ ਆ, ਆਹ ਹੋ ਗਿਆ ਜੀ, ਆਹ ਹੋ ਗਿਆ। ਸੁਭਾਅ ਬਣ ਗਿਆ ਨਾ। ਫਿਰ ਉਹੀ ਲੱਛਣ ਘਰੇ ਅੱਗੇ ਵਿਆਹ ਹੋ ਜੇ ਘਰ ਵਾਲੀ ਨਾਲ, ਤੂੰ ਏਦਾਂ ਕਿੱਦਾਂ ਕਰਤਾ? ਘਰੋਂ ਪਰਵਰਿਸ਼ ਮਿਲੀ ਸੀ। ਸੱਸ ਦਾ ਫੋਨ ਆ ਜੀ, ਉਹਨੂੰ ਕਹੀ ਜਾਣਾ ਸਮਝਾ ਲਓ ਇਹਨੂੰ ਜੀ, ਮੈਂ ਫਿਰ ਥੱਪੜ ਮਾਰ ਦੇਣੇ ਆ। ਅਗਲੀ ਕਹਿੰਦੀ ਨਾ ਪੁੱਤ ਰਲ ਕੇ ਰਿਹਾ ਕਰੋ। ਆਹ ਤੇ ਹਾਲ ਨੇ ਲੋਕਾਂ ਦੇ। ਕਿਉਂ ਆ ਜੀ? ਘਰੋਂ ਸਿੱਖਿਆ ਸਾਰਾ ਕੁਛ।
ਹੁਣ ਜਿਸ ਵੇਲੇ ਚਾਚਾ ਜੀ ਪ੍ਰੇਮ ਨਾਲ ਪੁੱਛਦੇ, ਮਹਾਰਾਜ ਨੇ ਕੋਈ ਸ਼ਿਕਾਇਤ ਨਹੀਂ ਲਾਈ, ਮੈਨੂੰ ਮਾਂ ਨੇ ਝਿੜਕਿਆ, ਮੈਨੂੰ ਇੰਨਾ ਜਾਣਦੇ ਆ ਵੀ ਜੇ ਮਾਂ ਨੇ ਸੋਟੀ ਚੁੱਕੀ, ਮਾਂ ਨੇ ਝਿੜਕਿਆ, ਆਪਾਂ ਵੀ ਜ਼ਰੂਰ ਕੁਝ ਕੀਤਾ ਹੀ ਹੋਣਾ। ਸਤਿਨਾਮ। ਬਸ ਇਹ ਮੰਨ ਕੇ ਚੱਲੋ ਵੀ ਜੇ ਸਾਨੂੰ ਕੋਈ ਝਿੜਕਦਾ, ਸਾਨੂੰ ਕਿਸੇ ਨੇ ਕੁਝ ਕਹਿਤਾ ਨਾ, ਵੀ ਸਾਡੀ ਕੋਈ ਕਿਤੇ ਗੱਲ ਕਿਸੇ ਨੂੰ ਬੁਰੀ ਲੱਗੀ ਹੋਣੀ। ਐਦਾਂ ਤੇ ਕੋਈ ਪਾਗਲ ਤੁਰਿਆ ਨਹੀਂ ਫਿਰਦਾ, ਕਿਸੇ ਨੂੰ ਰਾਹ ਜਾਂਦਾ ਗਾਲਾਂ ਕੱਢੇ, ਚੰਗਾ ਮਾੜਾ ਕਵੇ, ਇਹ ਅਲੱਗ ਹੋ ਸਕਦਾ, ਠੀਕ ਹੈ, ਸੈਟੀਸਫਾਈਡ ਕਰੋ ਅਗਲੇ ਵੀ ਜਿਵੇਂ ਉਹ ਤੁਹਾਨੂੰ ਬੋਲਦਾ ਉਹਨੂੰ ਲੱਗਦਾ, ਤੁਸੀਂ ਵਿਖਾ ਦਿਓ ਮੈਂ ਇਦਾਂ ਦਾ ਨਹੀਂ ਆ, ਅਜ਼ਮਾ ਲੈ। ਫਿਰ ਗੱਲ ਹੋਰ ਹੈ, ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਰਹੇ ਚੁੱਪ। ਚਾਚਾ ਜੀ ਬੜਾ ਪ੍ਰੇਮ ਕਰਦੇ ਆ, ਕਹਿੰਦੇ ਪੁੱਤਰ ਸਿਆਣੇ ਬਣੀ। ਹੁਣ ਵੱਡਿਆਂ ਨੇ ਹੀ ਕਹਿਣਾ ਹੁੰਦਾ, ਕਿਤੇ ਨਾ ਕਿਤੇ ਉਹਨਾਂ ਨੂੰ ਵੀ ਲੱਗਦਾ ਵੀ ਸਾਡਾ ਇਹ ਬੱਚਾ ਬੜਾ ਖਾਸ ਹੈ। ਖਾਸ ਮਤਲਬ ਕੋਈ ਅਵਤਾਰੀ ਪੁਰਸ਼ ਹੈ, ਕੋਈ ਬੰਦਗੀ ਵਾਲਾ ਸਾਧੂ ਹੈ। ਪਿਤਾ ਨਹੀਂ ਇਸ ਗੱਲ ਨੂੰ ਸਮਝ ਸਕਦਾ। ਇੰਨੇ ਨੂੰ ਕਲਿਆਣ ਚੰਦ ਆ ਗਏ ਵਿਹੜੇ 'ਚ, ਐਂਟਰੀ ਹੁੰਦੀ ਉਹਨਾਂ ਦੀ। ਉਹ ਫਿਰ ਉਹੀ ਗੱਲਾਂ, ਆਹੋ ਪਹਿਲਾਂ ਮਾਂ ਨੇ ਵਿਗਾੜਿਆ ਸੀ, ਹੁਣ ਚਾਚੇ ਨੇ ਵਿਗਾੜਿਆ ਹੋਇਆ। ਇਹ ਤਾਂ ਸੁਭਾਵਿਕ ਗੱਲਾਂ, ਇਹਨੂੰ ਸ਼ਰੀਕਾ ਕਹਿੰਦੇ ਆ। ਜਿੱਦਣ ਆਪਣਾ ਪੁੱਤ ਛੋਟੇ ਭਰਾ ਕੋਲ ਬੈਠਾ ਹੋਊਗਾ ਨਾ, ਅੰਦਰੋਂ ਅੰਦਰ ਸਾੜਾ ਆਈ ਜਾਊ, ਲੈ ਹੁਣ ਚਾਚੇ ਨਾਲ ਹੀ ਤੁਰਿਆ ਫਿਰਦਾ, ਘੜੇੜੇ ਚੜਿਆ। ਉਹਦੀ ਉਹ ਮੰਨਿਆ ਕਰ ਭਾਈ, ਉਹਦੇ ਕੋਲ ਹੀ ਜਾ। ਉਹਦਾ ਆਪਣਾ ਮੁੰਡਾ ਤੇ ਕਹਿਣਾ ਨਹੀਂ ਮੰਨਦਾ, ਤੈਨੂੰ ਵੀ ਪਿੱਛੇ ਲਾ ਲੂ, ਤੇਰਾ ਵੀ ਘਰ ਬੱਟੂਗਾ। ਭਰਾ ਭਰਾ ਨਾਲ ਹੀ ਖੁਸ਼ ਨਹੀਂ ਹੈ। ਕਲਿਆਣ ਚੰਦ ਆਏ, ਕਹਿੰਦੇ ਲਾਲ ਚੰਦ ਇੰਨਾ ਇਹਨੂੰ ਲਾੜ ਨਾ ਕਰਿਆ ਕਰ, ਇਹ ਪਹਿਲਾਂ ਹੀ ਬੜਾ ਵਿਗੜਿਆ ਹੋਇਆ ਹੈ। ਕੌਣ? ਜਿਹਨੇ ਦੁਨੀਆ ਸੁਧਾਰੀ, ਆਖੋ ਸਤਿਨਾਮ। ਉਹਨੂੰ ਵੀ ਪਰਿਵਾਰ ਕਹਿੰਦਾ ਰਿਹਾ ਵਿਗੜ ਗਿਆ। ਇਹ ਕਹਿਣੇ ਤੋਂ ਬਾਹਰ ਹੈ, ਇਹੋ ਜਿਹੇ ਕੰਮ ਕਰਦਾ। ਦੁਨੀਆ ਨਹੀਂ ਸਮਝ ਸਕਦੀ ਤੇ ਨਾ ਹੀ ਆਪਾਂ ਦੁਨੀਆ ਨੂੰ ਸਮਝਾਉਣਾ ਹੈ। ਬਸ ਜ਼ਿੰਦਗੀ 'ਚ ਇੰਨਾ ਕੁ ਸੋਚ ਲਈਏ, ਅਸੀਂ ਕਿਸੇ ਵਾਸਤੇ ਨੱਚਣ ਇਸ ਦੁਨੀਆ ਤੇ ਨਹੀਂ ਆਏ ਹੋਏ ਵੀ ਨੱਚ ਕੇ ਵਿਖਾਵਾਂਗੇ, ਅਗ ਲੱਗੂ ਆਂਗਣ ਟੇਢਾ, ਜੋ ਮਰਜ਼ੀ ਆ ਬਈ, ਸਾਡੀ ਜ਼ਿੰਦਗੀ ਜੋ ਮਰਜ਼ੀ ਕਰੀਏ। ਪਰ ਸਾਡੀ ਜ਼ਿੰਦਗੀ ਨਰਕ ਉਦੋਂ ਬਣ ਜਾਂਦੀ ਜਦ ਅਸੀਂ ਪਰਿਵਾਰ ਦੇ ਸਾਹਮਣੇ ਨੱਚਦੇ ਆ ਨਾ। ਜਿਵੇਂ ਜਿਵੇਂ ਉਹ ਕਹਿੰਦੇ ਨੇ, ਕੋਸ਼ਿਸ਼ ਕਰਦੇ ਉਵੇਂ ਕਰਕੇ ਵਿਖਾਈਏ, ਉਹ ਨਹੀਂ ਹੁੰਦਾ ਤਾਂ ਵੀ ਦੁਖੀ ਹੋਇਆ। ਫਿਰ ਸਮਾਜ ਕਹਿੰਦਾ, ਰਿਸ਼ਤੇਦਾਰ ਕਹਿੰਦੇ ਲੈ ਫਲਾਣਾ ਦਬ ਕੇ ਰਹਿੰਦਾ, ਨਹੀਂ ਦਬਿਆ ਕਹਿੰਦੇ ਲੈ ਸਿਰ ਚੜਿਆ ਹੋਇਆ ਜੀ ਟੱਬਰ ਦੇ। ਕੀ ਕਰੇ ਬੰਦਾ, ਕਿੱਧਰ ਜਾਏ? ਦੋਨੇ ਕੰਨਾਂ 'ਚ ਦੋ ਉਂਗਲਾਂ, ਆਪਣੀ ਮਰਜ਼ੀ ਕਰੋ, ਭਗਤੀ ਕਰੋ, ਚੰਗੇ ਕੰਮ ਕਰੋ, ਜ਼ਮਾਨੇ ਦੀ ਪਰਵਾਹ ਨਾ ਕਰੋ। ਵੇਖੋ ਫਿਰ ਜ਼ਿੰਦਗੀ ਕਿੱਦਾਂ ਸਵਰਗ ਬਣਦੀ। ਹਰ ਬੰਦੇ ਦੀ ਜ਼ਿੰਦਗੀ ਅੱਜ ਪੰਜਾਬ ਦੇ ਵਿੱਚ ਵੇਖੀ ਨਾ ਨਰਕ ਬਣੀ ਹੋਈ ਹੈ। ਗੁਲਾਮੀ ਕਰ ਕਰਕੇ ਉਹਨਾਂ ਨੂੰ ਲੱਗਦਾ ਬਸ ਵੀ ਆਹ ਜਿਹੜੇ ਕੰਮ ਸਾਡੇ ਆਲੇ ਦੁਆਲੇ, ਸਾਡਾ ਜੀਵਨ ਇਸੇ ਵਾਸਤੇ ਹੀ ਹੈ। ਨਹੀਂ ਭਾਈ, ਬਾਣੀ ਪੜੋ, ਪੁੱਛੋ ਸਤਿਗੁਰਾਂ ਨੂੰ ਜੀਵਨ ਕਾਹਦੇ ਵਾਸਤੇ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਣੀਆ। ਜੇ ਕਹੀਏ ਨਾ ਬੱਚੇ ਪਾਲਣ ਵਾਸਤੇ ਜ਼ਿੰਦਗੀ ਮਿਲੀ ਹੈ, ਤੇ ਗਾਵਾਂ ਮੱਝਾਂ ਵੀ ਪਾਲ ਰਹੀਆਂ ਨੇ, ਪੰਛੀ ਵੀ ਪਾਲਦੇ ਆ। ਜੇ ਕਹੀਏ ਘਰ ਪਰਿਵਾਰ ਚਲਾਉਣ ਵਾਸਤੇ ਜੀਵਨ ਮਿਲਿਆ ਭਾਈ, ਜੰਗਲਾਂ ਦੇ ਜੀਵਾਂ ਦੇ ਵੀ ਆਪਣੇ ਆਪਣੇ ਘਰ ਨੇ, ਪੰਛੀਆਂ ਦੇ ਵੀ ਆਪਣੇ ਆਲਣੇ ਨੇ, ਉਹ ਵੀ ਸਾਰਾ ਕੁਝ ਹੀ ਕਰਦੇ ਆ। ਜੇ ਸੌਣ ਚੰਦਨ ਦੀਆਂ ਗੱਲਾਂ ਕਰੀਏ, ਸੌਂਦੇ ਜਾਗਦੇ ਉਹ ਵੀ ਆ, ਖਾਂਦੇ ਪੀਂਦੇ ਉਹ ਵੀ ਆ। ਤੇ ਫਿਰ ਸਾਡੇ ਉਹਨਾਂ 'ਚ ਕੀ ਫਰਕ ਹੈ? ਕੋਈ ਫਰਕ ਨਹੀਂ, ਇੱਕੋ ਹੀ ਫਰਕ ਹੈ ਵੀ ਅਸੀਂ ਮਰਜ਼ੀ ਨਾਲ ਸੋਚ ਸਕਦੇ ਆ, ਮਰਜ਼ੀ ਨਾਲ ਚੰਗੇ ਕਰਮ ਕਰ ਸਕਦੇ ਆ, ਮਰਜ਼ੀ ਨਾਲ ਮਾੜੇ ਪਾਸੇ ਜਾ ਸਕਦੇ ਆ। ਬਾਕੀਆਂ ਕੋਲੇ ਕੁਛ ਨਹੀਂ, ਉਹ ਜਿਹੜੇ ਬੰਧਨ 'ਚ ਬੰਨੇ ਰਹਿੰਦੇ। ਕਲਿਆਣ ਚੰਦ ਆਏ, ਬੋਲਦੇ ਆ, ਤੇ ਲਾਲ ਚੰਦ ਕਹਿੰਦੇ ਭਰਾਵਾ ਇੰਨਾ ਗੁੱਸਾ ਨਾ ਕਰਿਆ, ਬੱਚਾ ਹੈ 5-6 ਸਾਲ ਦੀ, ਹੌਲੀ ਹੌਲੀ ਆਪੇ ਸਮਝ ਆ ਜੂਗੀ। ਇਸ ਕੀਨੇ ਕਹਿ ਪੁਨਵਕੋ, ਬਹੁ ਔਗਣ ਕੀਨੇ ਇਨ ਪ੍ਰਕੋ। ਤੇ ਮਾਤਾ ਤ੍ਰਿਪਤਾ ਵਿਹੜੇ ਵਿੱਚ ਬੋਲਦੇ ਆ, ਕਹਿੰਦੇ ਕਿੰਨੇ ਕੁ ਔਗਣਾਂ ਤੇ ਮੈਂ ਪਰਦੇ ਪਾਵਾਂ ਪੁੱਤ ਤੇਰੇ। ਉਹ ਔਗਣ ਕਿਹੜੇ ਆ ਵੀ ਹੁਣ ਮੈਂ ਕਿਹੜੇ ਕਿਹੜੇ ਭਾਂਡੇ ਦੱਸਾਂ ਪਰਿਵਾਰ ਨੂੰ ਵੀ ਘਰੋਂ ਗਏ ਹੋਏ ਆਖੋ ਸਤਿਨਾਮ। ਜਿਹੜੀ ਚੀਜ਼ ਵਾਲੇ ਪਾਸੇ ਜਾਓ ਹੁੰਦੀ ਉਹ ਨਹੀਂ ਕਰੇ, ਇਹ ਤੇ ਕਲਪ ਜਾਂਦਾ ਬੰਦਾ, ਖਾਸ ਕਰਕੇ ਬੀਬੀ। ਮੈਂ ਕਹਿੰਦਾ ਇੱਕ ਤੇ ਸੂਟਾਂ ਦੀ ਕਲੈਕਸ਼ਨ 'ਚ ਸੂਟ ਨਹੀਂ ਕੱਢਣਾ ਚਾਹੀਦਾ, ਤਾਂ ਪਰਿਵਾਰ ਦੇ ਸਿਰ ਚੜ ਜਾਣਾ। ਜੇ ਕਿਤੇ ਕਿਚਨ 'ਚ ਕੋਈ ਭਾਂਡਾ ਇੱਧਰ ਉੱਧਰ ਵੀ ਹੋ ਗਿਆ ਨਾ, ਬਾ ਫਿਰ ਟੱਬਰ ਦੀ ਖੈਰ ਨਹੀਂ। 1947 ਵਾਲਾ ਵਾਕਾ ਦੁਹਰਾ ਦਿੰਦੇ, ਇੱਧਰ ਉੱਧਰ ਕਰ ਦੇਣਾ ਸਾਰਾ ਕੁਛ। ਤੇ ਮਾਤਾ ਤ੍ਰਿਪਤਾ ਜਦੋਂ ਭਾਂਡਾ ਲੱਭਦੇ, ਭਾਂਡਾ ਨਹੀਂ ਲੱਭਦਾ, ਕੱਪੜੇ ਵੇਖਦੇ, ਕੱਪੜਾ ਨਹੀਂ ਲੱਭਦਾ, ਗਹਿਣੇ ਵੇਖਦੇ, ਗਹਿਣੇ ਨਹੀਂ ਲੱਭਦੇ, ਬਾਪੂ ਦੇ ਕੱਪੜੇ ਉਹ ਨਹੀਂ ਪਤਾ ਲੱਗਦਾ ਕਿਹਨੂੰ ਦੇ ਆਏ। ਤੇ ਸੁਭਾਵਿਕ ਗੱਲ ਹੈ ਜੀ, ਦੁਨਿਆਵੀ ਵਿਰਤੀ ਹੈ, ਗੁੱਸਾ ਤੇ ਆਊਗਾ ਹੀ। ਪਰ ਜੇ ਗੁਰੂ ਸਾਹਿਬ ਵਾਲੇ ਪਾਸੇ ਵੇਖੀਏ ਤੇ ਫਿਰ ਕਮੀ ਕਾਹਦੀ ਹੈ। ਉਹ ਕਹਿੰਦੇ ਬਾਪੂ ਤੈਨੂੰ ਰੱਬ ਨੇ ਏਡੀ ਵੱਡੀ ਨੌਕਰੀ ਦਿੱਤੀ, ਧਨ ਦੌਲਤ ਦਿੱਤਾ, ਤੇਰਾ ਅੱਜ 4 ਚੀਜ਼ਾਂ ਗਈਆਂ, ਤੂੰ 10 ਨੂੰ ਖਵਾ ਸਕਦਾ ਰੋਟੀ, ਪਰ ਨਹੀਂ, ਤੂੰ ਨਹੀਂ ਖਵਾ ਸਕਦਾ। ਤੈਨੂੰ ਰੱਬ ਨੇ ਦਿੱਤਾ ਬੜਾ ਕੁਝ ਹੈ, ਪਰ ਉਹ ਜਿਗਰਾ ਨਹੀਂ ਦਿੱਤਾ। ਸਤਿਨਾਮ।
ਇਹ ਮਰਦ ਦੇ ਖਿਆਲ ਨੇ। ਬੜੇ ਲੋਕ ਦੁਨੀਆ ਤੇ ਅਮੀਰ ਤੁਰੇ ਫਿਰਦੇ ਆ ਜੀ, ਸਾਰੇ ਅਮੀਰ ਥੋੜਾ ਦਾਨੀ ਹੁੰਦੇ। ਦਾਨ ਕਰਨ ਵਾਲੇ ਨਾਲ ਗਰੀਬੀ ਅਮੀਰੀ ਦਾ ਕੋਈ ਕਨਸੈਪਟ ਨਹੀਂ ਹੁੰਦਾ। ਜਿਹਨੇ ਦਾਨ ਕਰਨਾ ਨਾ ਉਹਨੇ 100 ਰੁਪਏ ਚੋਂ ਵੀ ਕਰ ਦੇਣਾ, ਫਿਰ ਵੀ ਰੱਜ ਕੇ ਖਾਂਦਾ। ਜਿਹਨੇ ਨਹੀਂ ਕਰਨਾ ਉਹਨੇ 100 ਕਰੋੜ ਵਿੱਚੋਂ ਵੀ ਦਵਾਨੀ ਨਹੀਂ ਕੱਢਣੀ। ਮਰੂ ਮਰੂ ਕਰਦਾ ਵੀ ਯਾਰ ਚਾਹ ਤੂੰ ਪਿਲਾ ਦੇ ਚੰਗਾ ਨਹੀਂ, ਰੋਟੀ ਜੇ ਤੇਰੇ ਘਰੋਂ ਹੀ ਖਾ ਲਾਂ ਤਾਂ ਚੰਗਾ ਨਹੀਂ। ਹੁਣ ਗੁਰੂ ਸਾਹਿਬ ਬੈਠੇ ਆ ਤੇ ਮਾਤਾ ਬੋਲ ਰਹੇ ਆ ਚੌਂਕੇ ਤੇ ਚੁੱਲ੍ਹੇ ਕੋਲ ਬੈਠ ਕੇ, ਕਹਿੰਦੇ ਪੁੱਤ ਅੱਜ ਬਚ ਗਏ, ਤੈਨੂੰ ਚਾਚਾ ਜੀ ਨੇ ਬਚਾ ਲਿਆ। ਕਿਹੜੇ ਕਿਹੜੇ ਔਗਣਾਂ ਤੇ ਤੇਰਿਆਂ ਤੇ ਪਰਦੇ ਪਾਵਾਂ, ਹੁਣ ਮੈਂ ਤੈਨੂੰ ਬਖਸ਼ਣਾ ਨਹੀਂ। ਲੇ ਸਦਨ ਤੇ ਵਸਤ ਜੋ ਹੀਰੇ, ਬੋਹਰ ਨਾਨੇ ਬਾਹਰ ਗਿਰੇ। ਕਹਿੰਦੇ ਆਲੇ ਦੁਆਲੇ ਦੀਆਂ ਇੱਕ ਦੋ ਔਰਤਾਂ ਘਰੇ ਪਹੁੰਚ ਗਈਆਂ ਜਿਹੜੀਆਂ ਸਿਫਤਾਂ ਕਰਦੀਆਂ ਸੀ ਵੀ ਨਾਨਕ ਵਰਗਾ ਪੁੱਤ ਘਰ ਘਰ ਹੋਵੇ। ਮਾਤਾ ਉਹਨਾਂ ਨੂੰ ਵੇਖ ਕੇ ਆਖੀ, ਕਹਿੰਦੇ ਵੇਖ ਲੋ ਲੱਛਣ, ਇਹੋ ਜਿਹੇ ਪੁੱਤ ਹੋਣੇ ਚਾਹੀਦੇ ਆ। ਇੱਧਰੋਂ ਚੱਕਿਆ ਸਮਾਨ ਉੱਧਰ ਸੁੱਟਤਾ, ਉੱਧਰੋਂ ਚੱਕਿਆ ਇੱਧਰ ਸੁੱਟਤਾ, ਕਿਹੜੀ ਕਿਹੜੀ ਚੀਜ਼ ਗੜਾਵਾਂ। ਪੁੱਤਾ ਜੇ ਤੇਰੇ ਆਹੀ ਕੰਮ ਰਹੇ ਘਰ ਖਾਲੀ ਕਰ ਦੇਗਾ ਸਤਿਨਾਮ। ਹੁਣ ਮਾਤਾ ਜਾਣ ਕੇ ਬੋਲਦੀ, ਸੁਭਾਵਿਕ ਗੱਲ ਹੈ ਜੀ, ਇਹ ਪੇਂਡੂ ਕਲਚਰ ਹੈ। ਉਹ ਵੇਖਣਾ ਹੁੰਦਾ ਵੀ ਮੇਰੀ ਲੜਾਈ ਕਿਹਨੂੰ ਕਿਹਨੂੰ ਸੁਣਦੀ ਹੈ। ਸ਼ਹਿਰਾਂ ਵਾਲੇ ਤੇ ਅੰਦਰ ਬਹਿ ਕੇ ਫੋਨ ਤੇ ਇੱਕ ਦੂਜੇ ਨੂੰ ਗਾਲੀ ਗਲੋਚ ਕੱਢੀ ਜਾਂਦੇ, ਟੈਕਸ ਕਰੀ ਜਾਂਦੇ, ਮੈਸੇਜ ਕਰੀ ਜਾਂਦੇ, ਕੋਈ ਨਹੀਂ ਉਹ ਬਲੌਕ ਕਰਦੇ ਮੈਨੂੰ, ਤੂੰ ਨਹੀਂ ਮੈਨੂੰ ਬੁਲਾਉਣਾ, ਸਾਡੇ ਘਰ ਨਹੀਂ ਹੋਣਾ। ਇਹੋ ਜਿਹੇ ਸ਼ਹਿਰੀਆਂ ਦੀ ਲੜਾਈ। ਪਿੰਡਾਂ ਵਾਲੇ ਜਦ ਤੱਕ ਕੋਠੇ ਚੜ੍ਹ ਕੇ ਪਤਾ ਨਾ ਲੱਗੇ ਵੀ 5-7 ਗਵਾਂਢਣਾ ਸੁਣਦੀਆਂ ਕਿ ਨਹੀਂ ਸੁਣਦੀਆਂ, ਉਦੋਂ ਤੱਕ ਤੇ ਲੜਾਈ ਅਧੂਰੀ ਮੰਨੀ ਜਾਂਦੀ ਹੈ। ਮਾਤਾ ਤ੍ਰਿਪਤਾ ਉੱਚੀ ਉੱਚੀ ਬੋਲਦੇ ਆ। ਤੇ ਜਿਹੜੀਆਂ ਬੀਬੀਆਂ ਕਹਿੰਦੀਆਂ ਸੀ ਨਾਨਕ ਤੇਰੇ ਦਰਸ਼ਨ ਕਰਕੇ ਰੂਹ ਖੁਸ਼ ਹੋ ਗਈ, ਪੁੱਤ ਤੇਰੇ ਵਰਗਾ ਪੁੱਤ ਰੱਬ ਸਾਨੂੰ ਵੀ ਦੇ। ਤੇ ਮਾਤਾ ਆਖੀ, ਪੁੱਤਰਾ ਘਰ ਖਾਲੀ ਕਰ ਦੇਗਾ, ਲੋਕਾਂ ਭਾਣੇ ਸਾਡਾ ਤੂੰ ਮਜ਼ਾਕ ਬਣਾਇਆ ਏ। ਨਿਠਰ ਨਿਡਰ ਸੋ ਢੀਠ ਜਿਸ ਅਬਲੋ ਹੋ ਨਾ ਨਿਹਰਿਓ ਐਸਾ। ਮਾਤਾ ਕਹਿੰਦੀ ਮੈਂ ਦੁਨੀਆ ਬੜੀ ਵੇਖੀ ਪਰ ਪੁੱਤ ਤੇਰੇ ਵਰਗਾ ਨਹੀਂ ਮੈਂ ਵੇਖਿਆ, ਨਾ ਰੱਬ ਵਿਖਾਵੇ। ਗੁੱਸਾ ਬੜਾਇਆ ਹੋਇਆ ਮਾਤਾ ਨੂੰ ਅੱਜ, ਐਡਾ ਢੀਠ, ਇੰਨਾ ਢੀਠ, ਮੰਨਦਾ ਹੀ ਕੋਈ ਨਹੀਂ। 6 ਮਹੀਨੇ ਹੋ ਗਏ ਸਮਝਾਉਂਦਿਆਂ ਨੂੰ, ਪੁੱਤ ਨਾ ਕੰਮ ਕਰਨਾ, ਭਾਂਡੇ ਸੁੱਟ, ਜਾਣ ਜਾਣ ਕੇ ਡਬਲ ਸੁੱਟ ਕੇ ਹੁੰਦਾ। ਅੱਜ ਇੱਕ ਪਤੀਲੇ ਤੋਂ ਰੋਕਿਆ, ਕੱਲ 2 ਸੁੱਟੇ ਆਇਆ। ਹੁਣ ਮਾਤਾ ਜੀ ਨੂੰ ਤਾਂ ਗੁੱਸਾ ਹੈ ਹੀ ਹੈ ਨਾ, ਸੁਭਾਵਿਕ ਗੱਲ ਹੈ, ਕਿਉਂਕਿ ਮਰਦ ਨੇ ਹੁਣ ਖੇਡ ਵਰਤਾਤੀ ਹੈ। ਮਾਇਆ ਦਾ ਮੋਹ ਮੱਤ ਤੇ ਵੀ ਪੈ ਗਿਆ ਮਾਂ ਤੇ ਮਾਂ ਨੂੰ ਲੱਗਦਾ ਮੇਰਾ ਪੋਤਾ, ਮੈਂ ਇਹਨੂੰ ਸਿੱਧਾ ਕਰ ਦੂੰ ਛੱਡੀ ਵਾਂਗੂ। ਹੁੰਦਾ ਹਰ ਮਾਂ ਵੀ ਮੇਰਾ ਪੁੱਤ ਇਹ ਕੰਮ ਕਰ ਕਿਵੇਂ ਗਿਆ, ਮੈਂ ਬਣਾ ਦੂੰ ਬੰਦਾ। ਤੇ ਮਾਂ ਨੂੰ ਇੱਕ ਚੜੇ ਕੋਤਰੇ, ਕਹਿੰਦੀ ਅੱਜ ਬਚ ਗਿਆ, ਕੋਈ ਨਹੀਂ ਚਾਚਾ ਕਦ ਤੱਕ ਬਚਾਊ, ਬਾਪੂ ਕਦ ਤੱਕ ਬਚਾਊ। ਆਹ ਲੋਕ ਜਿਹੜੇ ਵੇਖਦੇ ਤੈਨੂੰ ਕਦ ਤੱਕ ਬਚਾਉਣਗੇ, ਤੇਰੇ ਆਹੀ ਹਾਲ ਰਹੇ, ਤੈਨੂੰ ਮੈਂ ਸਿੱਧਾ ਕਰ ਦਿਆਂਗੀ। ਪੂਰਬ ਇਨਬੋ ਵਸਤ ਗਵਾਈ, ਹੋ ਕੇ ਰਹੀ ਸਮਝ ਨਹੀਂ ਆਈ। ਕਹਿੰਦੇ ਆਸੇ ਪਾਸੇ ਦੀਆਂ ਬੀਬੀਆਂ ਆ ਕੇ ਕਹਿਣ ਲੱਗੀਆਂ, ਛੱਡ ਭੈਣੇ ਕਿਉਂ ਗੁੱਸਾ ਕਰਿਆ। ਕਹਿੰਦੇ ਕਾਹਦਾ, ਕਿੰਨਾ ਕੁ ਸਮਝਾਵਾਂ, ਕਿਹੜੀ ਚੀਜ਼ ਆ ਜਿਹੜੀ ਇਹਨੇ ਘਰ ਛੱਡੀ ਹੋਵੇ। ਬੜੇ ਗਹਿਣੇ ਸੁੱਟਤੇ, ਮੈਂ ਕਿਹਾ ਚੱਲ ਕੋਈ ਨਹੀਂ ਬੱਚਾ ਹੈ, ਚੱਲ ਕੋਈ ਨਹੀਂ ਬੱਚਾ ਹੈ। ਇਹਦਾ ਤੇ ਰੋਜ਼ ਦਾ ਹੀ ਕੰਮ ਹੋ ਗਿਆ। ਇੰਨਾ ਢੀਠ ਬਣ ਗਿਆ ਨਾਨਕੇ, ਸਮਝਦਾ ਹੀ ਨਹੀਂ ਕਿਸੇ ਦੀ ਗੱਲ, ਟਿੱਚ ਜਾਣਦਾ ਸਾਨੂੰ। ਪਰ ਗੁਰੂ ਸਾਹਿਬ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ। 6 ਸਾਲ ਦੀ ਉਮਰ ਵਿੱਚ ਨੇ, ਤੇ ਮੈਂ ਕਹਿੰਦਾ ਅੱਜ ਦੇ 6 ਸਾਲ ਵਾਲੇ ਨੂੰ ਛੇੜ ਕੇ ਵੇਖ ਲਿਓ, ਜੇ ਮਹੱਲਾ ਇਕੱਠਾ ਨਾ ਕਰਦੇ ਆਖੋ ਸਤਿਨਾਮ। ਆਹ ਮਾਰਦਾ ਚਲਾ ਕੇ ਵੀਡੀਓ ਗੇਮਾਂ, ਕਹਿੰਦਾ ਭੰਨੋ ਇਹ ਰਿਮੋਟ ਇਹਨਾਂ ਦੇ, ਤੋੜੋ ਚੀਜ਼ਾਂ, ਭੰਨੋ ਗਲਾਸ, ਮੈਂ ਨਹੀਂ ਇੱਥੇ ਰਹਿੰਦਾ। ਅੱਜ ਕੱਲ੍ਹ ਤੇ ਜਵਾਕਾਂ ਦਾ ਬਹੁਤ ਔਖਾ ਕੰਮ ਹੈ। ਪਰ ਗੁਰੂ ਸਾਹਿਬ ਚੁੱਪ ਚਪੀਤੇ ਚਾਚਾ ਜੀ ਦੀ ਗੋਦੀ 'ਚ ਬੈਠੇ, ਇਹ ਮਹਾਭਾਰਤ ਵੇਖ ਰਹੇ ਆ। ਚੱਲੀ ਜਾਣ ਤੋਂ ਫਿਰ ਕੀ ਹੈ, ਆਪਾਂ ਨੂੰ ਕੀ ਫਰਕ ਪੈਂਦਾ। ਕੋਈ ਗਾਲਾਂ ਕੱਢੇ, ਕੋਈ ਸਿਫਤਾਂ ਕਰੇ, ਆਪਾਂ ਜੋ ਕਰਨਾ ਫਿਰ ਕਰਨਾ ਹੀ ਆ। ਆਖੋ ਸਤਿਨਾਮ। ਉਹ ਪਰਮੇਸ਼ਰ ਪਰਮਾਤਮਾ ਨੇ ਚੋਜ ਵਰਤਾਉਂਦੇ ਆ। ਤੇ ਮਾਤਾ ਅੱਖਾਂ 'ਚੋਂ ਹੰਝੂ ਆ ਗਏ, ਕਹਿੰਦੀ ਭੈਣੇ ਵੇਖ ਲਓ, ਤੁਸੀਂ ਕਹਿੰਦੇ ਸੀ ਕਰਮ ਵਾਲਿਆਂ ਤੁਹਾਡੇ ਘਰੇ ਪੁੱਤ ਆਇਆ, ਕਹਿੰਦੇ ਮਰ ਜੇ ਉਹੋ ਜਿਹਾ ਪੰਡਤ ਜਿਹੜਾ ਕਹਿੰਦਾ ਸੀ ਇਹ ਤੇ ਤੁਹਾਡਾ ਘਰ ਤਾਰ ਦੂਗਾ, ਇਹ ਤੁਹਾਡੇ ਘਰੇ ਜੰਮਿਆ, ਦੁਨੀਆ ਤੁਹਾਡੇ ਘਰ ਮੱਥਾ ਟੇਕਣ ਲੱਗ ਜੂਗੀ। ਮੱਥਾ ਮੈਨੂੰ ਲੱਗਦਾ ਵੀ ਜੇ 6 ਮਹੀਨੇ ਇਦਾਂ ਹੀ ਕਰਦਾ ਰਿਹਾ ਨਾ, ਸਾਨੂੰ ਇਹ ਰਸਤੇ ਕੱਚੇ ਤੇ ਲੈ ਆਊਗਾ, ਸਾਡੇ ਤੇ ਘਰ ਵੀ ਬਗਾ ਦੂਗਾ। ਗੁੱਸੇ 'ਚ ਕਹਿੰਦੇ ਮਾਤਾ ਜੀ ਬੋਲੀ ਗਏ। ਬਾਕੀ ਸੁਣ ਕੇ ਕਹਿੰਦੇ ਲੱਗਦਾ ਇਹਨਾਂ ਨੂੰ ਸਮਝ ਨਹੀਂ ਹੈ, ਇਹ ਤੇ ਹੀਰਾ ਹੈ, ਹੀਰੇ ਦੀ ਕਦਰ ਕੌਣ ਪਾਉਂਦਾ। ਬਾਪੂ ਜੀ ਘਰੇ ਬੈਠੇ, ਉਹ ਲਾ ਕੇ ਬੋਲੂ। ਮੈਂ ਤੇ ਪਹਿਲਾਂ ਹੀ ਕਹਿੰਦਾ ਸੀ, ਪੰਡਤ ਐਵੇਂ ਕਹੀ ਜਾਂਦਾ ਸੀ, ਮੈਂ ਵੀ ਪੰਡਤ ਦੀਆਂ ਗੱਲਾਂ 'ਚ ਆ ਗਿਆ। ਉਹ ਕਹਿੰਦਾ ਜੀ ਇਹਦੇ 32 ਗੁਣ ਦੇ, ਕਹਿੰਦਾ ਉਹਨੂੰ ਵਿਖਾ ਲਿਆ ਕਿ ਇਹਦੇ ਗੁਣ ਕਿਹੜੇ ਆ, ਆਹ ਲੱਛਣ ਵੇਖ ਇਹਦੇ। ਹੁਣ ਪੰਡਤ ਨੂੰ ਪੁੱਛੋ ਵੀ ਤੂੰ ਕਹਿੰਦਾ ਸੀ
ਭਾਈ ਇਹ ਰੱਬ ਹੈ, ਇਹ ਪਰਮਾਤਮਾ, ਇਹਦੇ ਵਰਗਾ ਪੁੱਤ ਰੱਬ ਸਭ ਨੂੰ ਦੇਵੇ, ਮੇਰੀ ਤੇ ਜ਼ਿੰਦਗੀ ਇਹਦੇ ਨਾਲ ਲੱਗ ਜੇ। ਇਹਨੂੰ ਪੁੱਛੇ ਤੇ ਸਹੀ ਆਪਣੇ ਘਰੇ ਲੈ ਜਾ ਇਹਨੂੰ। ਹੁਣ ਜਦੋਂ ਤੇਰਾ ਘਰ ਖਾਲੀ ਕੀਤਾ ਤੂੰ ਵੀ ਕਹੇਗਾ ਨਾਨਕ ਪੁੱਤ ਆਪਣੇ ਘਰੇ ਜਾ। ਸਤਿਨਾਮ। ਇੰਨਾ ਗੁੱਸਾ ਆ ਗਿਆ। ਇੱਕ ਚੋਜ ਹੈ ਮਹਾਰਾਜ ਦਾ। ਜਦ ਇਸ ਚੋਜ ਦਾ ਪਿਛੋਕੜ ਸਮਝਾਂਗੇ ਫੇਰ ਸਮਝ ਆਊਗੀ। ਗੁਰੂ ਸਾਹਿਬ ਨੇ ਵਿਖਾਇਆ ਸੀ ਮਾਂ ਬਾਪ ਕੁਛ ਵੀ ਕਹਿਣ, ਵਾਰ-ਵਾਰ ਨਹੀਂ ਮਿਲਦੇ ਹੁੰਦੇ, ਚੁੱਪ ਕਰਕੇ ਸੁਣ ਲਿਆ ਤੇ ਸਹਿ ਲਿਆ ਕਰੋ, ਨਾ ਬੋਲੋ। ਪਹਿਲਾ ਹੀ ਉਪਦੇਸ਼ ਹੈ ਮਹਾਰਾਜ ਦਾ। ਸੋ ਸਮਾਂ ਵੀ ਸਮਾਪਤ ਹੈ। ਉਧਰ ਮਾਤਾ ਜੀ ਬੋਲਦੇ ਆ ਕਹਿੰਦੇ ਅੱਜ ਬਚ ਗਏ ਆ, ਮੈਂ ਹੁਣ ਭਾਂਡੇ ਗਿਣ ਲਏ ਆ ਸਾਰੇ, ਵੇਖਦੀ ਨਾ ਕਿਹੜਾ ਕਿਹੜਾ ਘਟਦਾ। ਹੁਣ ਕੱਲ ਕੀ ਹੋਣਾ ਹੈ? ਜਿੰਨੇ ਮਾਤਾ ਨੇ ਗਿਣੇ ਸੀ ਉਹ ਤੋਂ 4 ਹੋਰ ਘਟ ਜਾਣੇ ਆ। ਸਤਿਨਾਮ। ਰੋਹ ਕਿਹੜਾ ਮੰਨਦੇ ਆ? ਉਹਦਾ ਜੋ ਕਰਨਾ ਕਰਨਾ ਹੀ ਹੈ। ਜਿਵੇਂ ਗੁਰੂ ਸਾਹਿਬ ਦੀ ਕਿਰਪਾ ਹੋਊਗੀ ਕੱਲ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।